कदी किसी बारे कुछ बोल देना, कदी किसी बारे कुछ बोल देना। तो पहला अपना तो गिरेबन झाकण भी, पहला अपना उन्हों का किहड़े भी उन्होंने गद्दी तो क्यों लाया गया, उन्होंने फ्लोर के लोगों ने मूँह क्यों नहीं लाया, उन्होंने हल्का छड्ड के किते होर क्यों जाना पिया। दूसरा सवाल, बिक्रमजीत सिंह चौधरी ਜਾਂ ਦਮਨਵੀਰ ਸਿੰਘ ਫਲੋਰ ਕੈਂਡੀਡੇਟ ਦੋ ਜਿਹੜੇ ਮੇਨ ਹੈਗੇ ਆ, ਕਿਹਦੇ ਨਾਲ ਆਪਣਾ ਮੁਕਾਬਲਾ ਜ਼ਿਆਦਾ ਹੋਣਾ? ਹਲਕਾ ਫਲੋਰ 'ਤੇ ਤੁਹਾਡੇ ਇਲਜ਼ਾਮ ਇਹ ਆ ਵੀ ਤੁਸੀਂ ਪੂਰੀ ਤਰ੍ਹਾਂ ਜਿਹੜਾ ਹਲਕੇ ਦੀ ਸੇਵਾ ਦੇ ਵਿੱਚ ਵੀ ਦਿਸੇ ਨਹੀਂ ਬਹੁਤ ਹੈ ਲੋਕਾਂ ਦੇ, ਜਿੱਦਾਂ ਹਲਕੇ ਦੇ ਵਿੱਚ 5 ਸਾਲਾਂ 'ਚ ਕਿਹੜੇ ਉਹ ਮੁੱਦੇ ਹੈਗੇ ਜਿਹੜੇ ਤੁਸੀਂ ਕਹਿੰਦੇ ਵੀ ਇਹ ਮੈਂ ਕੰਮ ਕੀਤੇ, ਇਸ ਕੰਮਾਂ ਕਰਕੇ ਮੈਂ ਲੋਕਾਂ ਦੇ ਵਿੱਚ ਜਿਹੜਾ ਵੋਟਾਂ ਮੰਗਣ ਲੱਗਾ। ਉਹ 13 ਜੋੜਨ ਤੋਂ ਬਾਅਦ ਹਲਕੇ ਦੀ ਸਥਿਤੀ ਤੇ ਤੁਹਾਡਾ ਮੁਕਾਬਲਾ ਕਿਹਦੇ ਨਾਲ ਮੰਨਦੇ? ਹਲਕਾ ਫਲੋਰ ਦੇ ਬਹੁਤ ਸਾਰੀਆਂ ਸਮੱਸਿਆਵਾਂ ਹੈਗੀਆਂ ਆ। ਗੁਰਿਆਂ ਦਾ ਬੱਸ ਸਟੈਂਡ ਹੈਗਾ ਆ, ਫਲੋਰ ਦਾ ਬੱਸ ਸਟੈਂਡ ਆ, ਗੁਰਿਆਂ ਦਾ ਹਸਪਤਾਲ ਸਿਵਲ ਹਸਪਤਾਲ ਆ, ਰੁੜਕਾ ਕਲਾਂ ਦੇ ਵਿੱਚ ITI ਤੱਕ ਨੀਂਹ ਪੱਥਰ ਰੱਖਿਆ ਸੀ ਪਰ ਨੀਂਹ ਪੱਥਰ ਹੀ ਰਹਿ ਗਿਆ। ਦੇਖੋ ਅਸੀਂ ਤਾਂ ਪੱਤਰਕਾਰ ਭਾਈਚਾਰੇ ਤੌਰ 'ਤੇ ਸਾਡਾ ਤਾਂ ਕੋਈ ਵੀ ਜਿਹੜਾ ਪ੍ਰੋਗਰਾਮ ਹੈ ਅਸੀਂ ਤਾਂ ਉਹਨੂੰ ਹੈਂਡਲ ਕਰਨਾ ਹੀ ਹੁੰਦਾ ਆ। ਮੈਂ ਗੱਲ ਪੂਰੇ ਹਲਕੇ ਦੀ ਗੱਲ ਕਰ ਰਿਹਾ। ਪਰ ਜੇ ਇੰਨੀ ਜੋਗੇ ਹੁੰਦੇ ਤਾਂ ਫਿਰ ਇੱਥੋਂ ਹਲਕਾ ਕਿਉਂ ਛੱਡ ਕੇ ਜਾਂਦੇ? ਪੂਰੇ ਹਲਕੇ ਵਿੱਚ ਇਹ ਸੀਗਾ ਵੀ ਪੰਚਾਇਤਾਂ ਫਰੀ ਸੀਗੀਆਂ। ਮੈਂ ਕਹਿੰਦਾ ਜੀ, ਮੈਂ ਤੁਹਾਨੂੰ ਕਹਿਣਾ ਬਿਲਕੁਲ ਨਹੀਂ ਸੀ। ਆਪਣੇ 5 ਸਾਲਾਂ ਦੀ ਕਾਰਗੁਜ਼ਾਰੀ 'ਚ ਕਿਹੜੇ ਵੱਡੇ ਕੰਮ ਜਿਹੜੇ ਤੁਸੀਂ ਗਣਾਉਣਾ ਚਾਹੁੰਦੇ? ਤੇ ਉਸ ਗੱਠਜੋੜ ਦੇ ਤਹਿਤ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਜਿਹੜੀ ਹੈ ਉਹ ਸਰਕਾਰ, ਜਿਹੜੇ ਬੰਦੇ 9.5 ਸਾਲ ਇੱਥੇ ਬੜੇ ਹੀ ਨਹੀਂ ਉਹ ਮੇਰੇ ਤੇ ਇਲਜ਼ਾਮ ਲਾਉਣ, ਤੇ ਜਿਨ੍ਹਾਂ ਨੂੰ 25 ਸਾਲ ਇੱਥੋਂ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਲੋਕਾਂ ਨੂੰ ਉਹਨਾਂ ਦਾ ਪਤਾ ਵੀ ਕੀ ਕਿਰਦਾਰ ਹੈ। ਵਿਧਾਇਕ ਜਦੋਂ ਅਕਾਲੀ ਦਲ ਦੀ ਸਰਕਾਰ ਸੀ, ਤੁਹਾਡੀ ਕਾਰਗੁਜ਼ਾਰੀ ਅਸੀਂ ਉਹ 'ਤੇ ਸਵਾਲ ਨਹੀਂ ਕਰ ਰਹੇ, ਸਵਾਲ ਕਰ ਰਹੇ ਵੀ ਐਜ਼ ਏ ਵਿਰੋਧੀ ਲੀਡਰ MLA ਤੁਸੀਂ ਰਹੇ ਆ, ਹਲਕਾ ਇੰਚਾਰਜ ਕਾਂਗਰਸ ਦਾ ਸੀਗਾ, ਐਜ਼ ਏ ਵਿਰੋਧੀ ਤੌਰ 'ਤੇ ਤੁਸੀਂ ਕਿਹੜੇ ਕੰਮ ਕੀਤੇ? ਵੀ ਜੀ ਅਫਸਰ ਕੁਰਸੀਆਂ ਤੇ ਹੈ ਨਹੀਂ, ਤੇ ਜਦੋਂ ਪੁੱਛਿਆ ਜਾਂਦਾ ਕਿੱਥੇ ਆ, ਉਹ ਕਹਿੰਦੇ ਜੀ ਅੱਧੇ ਅਫਸਰ ਵੱਡੇ ਚੌਧਰੀ ਸਾਹਿਬ ਲੈ ਗਏ ਨਾਲ ਤੇ ਅੱਧੇ ਛੋਟੇ ਲੈ ਗਏ। ਬਾਦਲ ਸਾਹਿਬ ਦੇ ਨਾਲ ਕੁਰਸੀ ਡਹਿੰਦੀ ਸੀ। ਕੋਈ ਤਾਂ ਉੱਦਾਂ ਦੇ ਗਲਤ ਕੰਮ ਹੋਣਗੇ ਜਿਨ੍ਹਾਂ ਕਰਕੇ ਜਿਹੜੀ ਕੁਰਸੀ ਪਰੇ ਹੋ ਗਈ। ਚਾਰ ਸਕੇ ਬਹੁਤ ਵੱਡੇ ਇਲਜ਼ਾਮ ਜਿਹੜੇ ਆ, ਚਾਹੇ ਉਹ ਰੇਤੇ ਦਾ ਹੋਵੇ, ਚਾਹੇ ਨਸ਼ੇ ਦਾ ਹੋਵੇ, ਤੇ ਚਾਹੇ ਇੰਟਰਲੈਕਟੁਅਲਾਂ ਦੇ ਭ੍ਰਿਸ਼ਟਾਚਾਰ ਦਾ ਜਿਹੜਾ ਮਾਮਲਾ ਹੋਵੇ, ਉਹ ਦਮਨਵੀਰ ਸਿੰਘ ਫਲੋਰ ਵੱਲੋਂ ਵੱਡੇ ਪੱਧਰ 'ਤੇ ਚੁੱਕੇ ਗਏ ਤੇ ਉਹਨਾਂ ਨੇ ਵੱਡੇ ਪ੍ਰੈਸ ਕਾਨਫਰੰਸ ਕਰਕੇ ਇਹ ਇਲਜ਼ਾਮ ਜਾਂ ਦੋਸ਼ ਲਗਾਏ ਸੀਗੇ। ਪਰ ਉਹਦੇ ਨਾਲ ਤੁਹਾਡੇ ਵੱਲ ਵੀ ਉਂਗਲ ਕੀਤੀ ਵੀ ਤੁਸੀਂ ਇਹਨਾਂ ਮਾਮਲੇ 'ਤੇ ਕਿਉਂ ਚੁੱਪ ਰਹੇ? ਇਹ ਜਿਹੜੇ ਤੁਸੀਂ ਸਰਵਣ ਸਿੰਘ ਫਲੋਰ ਹੋਣਾ ਦੀ ਗੱਲ ਕੀਤੀ ਨਾ ਜੀ, ਇਹ 10 ਸਾਲਾਂ 9.5 ਸਾਲਾਂ ਬਾਅਦ ਫਲੋਰ ਦੀ ਧਰਤੀ 'ਤੇ ਆਣ ਕੇ ਨਹੀਂ ਪਿਆ ਰੱਖਿਆ। ਗੱਲ ਤਾਂ ਇਹ ਆ ਵੀ ਕਾਂਗਰਸ ਹੀ ਹੈ। ਝੂਠੀ ਸਹੁੰ ਖਾਧੀ ਤੇ ਜਿਹੜਾ ਮੌਜੂਦਾ ਮੁੱਖ ਮੰਤਰੀ ਹੁਣ ਬਣਿਆ, ਇਹ ਪਵਿੱਤਰ ਗੁਟਕਾ ਸਾਹਿਬ ਦੀ ਜਦੋਂ ਸਹੁੰ ਖਲਾਈ ਵੀਡੀਓ ਕਢਾ ਕੇ ਦੇਖ ਲਿਓ, ਉਹਦੇ ਵਿੱਚ ਪਿੱਛੇ ਨਾਅਰੇ ਮਾਰਨ ਵਾਲਾ ਇਹ ਹੈ। ਤਾਂ 70 ਸਾਲ ਦੇਸ਼ ਨੂੰ ਆਜ਼ਾਦ ਹੋਇਆ ਹੋ ਗਿਆ, 60 ਸਾਲ ਤੋਂ ਵੱਧ ਦਾ ਸਮਾਂ ਕਾਂਗਰਸ ਨੇ ਰਾਜ ਕਰ ਲਿਆ। ਅੱਗੇ ਨਾ ਬਣਾ ਦਿੱਤਾ ਦਲਿਤ CM। ਤਾਂ ਦਿਓ ਪਿੰਡਾਂ ਦੀਆਂ ਪੰਚਾਇਤਾਂ ਨੂੰ 5-5 ਕਰੋੜ ਰੁਪਏ ਐਕਵਾਇਰ ਕਰਨ ਜ਼ਮੀਨਾਂ ਤੇ ਉੱਥੇ ਪਲਾਟ ਕੱਟ ਕੇ ਦੇਣ। ਜਿਹੜੇ ਤੁਹਾਡੇ ਭ੍ਰਿਸ਼ਟ ਮੰਤਰੀਆਂ ਨੇ 3 ਲੱਖ ਬੱਚੇ ਨੂੰ ਸਕਾਲਰਸ਼ਿਪ ਨਹੀਂ ਮਿਲੀ, ਉਹਨਾਂ ਦਾ ਫਿਊਚਰ ਖਰਾਬ ਕੀਤਾ, ਉਹਨੂੰ ਚੱਕ ਕੇ ਜੇਲ੍ਹ 'ਚ ਦਿਓ ਤੇ ਉਹ 3 ਲੱਖ ਬੱਚੇ ਦੀ ਪੜ੍ਹਾਈ ਦਾ ਪ੍ਰਬੰਧ ਕਰੋ। ਇਹ ਤੁਹਾਡੇ ਐਲਾਨਾਂ ਦੇ ਨਾਲ ਲੋਕਾਂ ਦਾ ਢਿੱਡ ਨਹੀਂ ਭਰਨਾ। ਸ਼੍ਰੋਮਣੀ ਅਕਾਲੀ ਦਲ ਉਹ ਵੀ ਪੰਜਾਬ ਦੀ ਜੰਪਲ ਹੈ, ਤੇ ਜਿਹੜੀ ਬਹੁਜਨ ਸਮਾਜ ਪਾਰਟੀ ਉਹ ਵੀ ਪੰਜਾਬ ਦੀ ਜੰਪਲ ਹੈ। ਕੈਪਟਨ ਅਮਰਿੰਦਰ ਸਿੰਘ ਔਰ ਕਾਂਗਰਸ ਸਰਕਾਰ ਨੇ 1 ਵੀ ਰੁਪਈਆ 5 ਸਾਲਾਂ ਦੇ ਵਿੱਚ ਕਿਸੇ MLA ਨੂੰ ਗ੍ਰਾਂਟਾਂ ਵਾਸਤੇ ਨਹੀਂ ਦਿੱਤਾ। 25 ਸਾਲ ਜਿਨ੍ਹਾਂ ਦੀ ਕੁਰਸੀ ਬਾਦਲ ਸਾਹਿਬ ਦੇ ਨਾਲ ਰਹਿੰਦੀ ਸੀ, ਉਹ ਇਲਜ਼ਾਮ ਲਾਉਣ ਜਾਂ ਗੱਲਾਂ ਕਰਨ, ਤੇ ਜਿਹੜੇ 9.5 ਸਾਲ ਉਹਨੂੰ ਕੀ ਪਤਾ 9.5 ਸਾਲਾਂ ਵਿੱਚ ਕੀ ਇੱਥੇ ਹੋਇਆ। ਜੋ ਅੱਜ ਹੋ ਰਿਹਾ ਡੰਡੇ ਦੇ ਜ਼ੋਰ ਨਾਲ ਵੀ ਫਲਾਨੀ ਜਗ੍ਹਾ ਤੋਂ ਇੰਟਰਲੋਕਿੰਗ ਲਓ, ਫਲਾਨੀ ਜਗ੍ਹਾ ਤੋਂ ਰੇਤਾ ਲਓ, ਜੋ ਫਲੋਰ 'ਚ ਹੋਇਆ ਤੁਸੀਂ ਵੀ ਦੇਖਿਆ। ਬੜੇ ਇਲਜ਼ਾਮ ਲੱਗੇ ਵੀ 2-2 ਰੁਪਏ ਜਿਹੜੇ ਹੈਗੇ ਆ ਇਹ ਕਾਂਗਰਸ ਦੇ ਜਿਹੜੇ ਲੀਡਰ ਲੈਂਦੇ ਆ। ਤਾਂ ਬੜਾ ਟਰੈਂਡ ਚੱਲਦਾ ਵੀ ਨੀਲੇ ਕਾਰਡ ਦਾ ਸਟਿੱਕਰ ਅਸੀਂ ਤਾਂ ਇਹ ਮੰਨ ਕੇ ਚੱਲਦੇ ਵੀ ਸਾਡਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ। ਬਈ ਕੁਰਸੀਆਂ ਕਿਸੇ ਦੀਆਂ ਸਕੀਆਂ ਨਹੀਂ, ਇਹ ਅੱਜ ਕਿਸੇ ਹੋਰ ਕੋਲ ਹੈ, ਕੱਲ੍ਹ ਨੂੰ ਕਿਸੇ ਹੋਰ ਕੋਲ ਹੋਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਮਾਣ ਮੇਰਾ ਪਿੰਡ TV 'ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਦਾ ਸਿਆਸੀ ਮਾਹੌਲ ਜਿਹੜਾ ਪੂਰੀ ਤਰ੍ਹਾਂ ਗਰਮਾ ਚੁੱਕਿਆ ਆ, ਅਤੇ ਅੱਜ ਸਾਡੇ ਨਾਲ ਹਲਕਾ ਫਲੋਰ ਦੇ ਜੋ ਕਿ ਮੌਜੂਦਾ ਵਿਧਾਇਕ ਨੇ MLA ਬਲਦੇਵ ਸਿੰਘ ਖਹਿਰਾ ਜੀ ਸਾਡੇ ਨਾਲ ਹਾਜ਼ਰ ਨੇ। ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰਾਂਗੇ। ਹਾਂਜੀ MLA ਸਾਹਿਬ, ਤੁਹਾਡਾ ਸਵਾਗਤ ਹੈ ਬਹੁਤ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਧੰਨਵਾਦ ਜੀ। ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਚੁੱਕਿਆ ਹੈ। ਸਭ ਤੋਂ ਪਹਿਲਾਂ ਤਾਂ ਸਵਾਲ ਇਹ ਹੀ ਆ ਵੀ ਜਿਹੜੀ ਮੌਜੂਦਾ ਸਥਿਤੀ ਪੰਜਾਬ ਦੇ ਵਿੱਚ ਅਕਾਲੀ ਦਲ ਦੀ, ਉਹਨੂੰ ਕਿਵੇਂ ਦੇਖਦੇ ਹਾਂ ਅਤੇ ਕਿਹੋ ਜਿਹਾ ਜਿਹੜਾ ਪ੍ਰਦਰਸ਼ਨ ਸ਼੍ਰੋਮਣੀ ਕਮੇਟੀ ਆਪਣੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਆ ਆਗਾਮੀ ਚੋਣਾਂ ਵਿੱਚ ਕਰਨ ਜਾ ਰਹੀ ਆ? ਦੇਖੋ ਜੀ, ਸਿਆਸੀ ਮਾਹੌਲ ਤਾਂ ਉਹਨਾਂ ਲੋਕਾਂ ਲਈ ਹੁੰਦਾ ਜਿਨ੍ਹਾਂ ਨੇ 5 ਸਾਲ ਤੋਂ 2-4 ਮਹੀਨੇ ਪਹਿਲਾਂ ਆਣ ਕੇ ਵੋਟਾਂ ਦੀ ਖਾਤਰ ਲੋਕਾਂ 'ਚ ਵਿਚਰਨਾ ਹੁੰਦਾ ਜੀ। ਅਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਪੂਰੀ ਜਥੇਬੰਦੀ ਹੈ, ਤਕਰੀਬਨ
365 ਦਿਨ ਹਰ ਦੁੱਖ ਸੁੱਖ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਿਹੜਾ ਉਹ ਉਸੇ ਹੀ ਤਰ੍ਹਾਂ ਬਤੀਤ ਕਰਦੀ ਹੈ ਜਿਵੇਂ ਇਲੈਕਸ਼ਨਾਂ ਦੇ ਦਿਨਾਂ ਦੇ ਵਿੱਚ ਬਤੀਤ ਕਰਦੇ ਆ ਜੀ। 5 ਸਾਲ ਪਹਿਲਾਂ ਪਵਿੱਤਰ ਗੁਟਕਾ ਸਾਹਿਬ ਦੀ ਸਹੁੰ ਕਾਂਗਰਸ ਪਾਰਟੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੇ ਖਾਧੀ ਔਰ ਜਿਹੜਾ ਰਾਜ ਭਾਗ ਸ਼੍ਰੋਮਣੀ ਅਕਾਲੀ ਦਲ ਦਾ 10 ਸਾਲ ਰਿਹਾ, ਜੋ ਉਹਦੇ ਵਿੱਚ ਡਿਵੈਲਪਮੈਂਟ ਹੋਈ, ਵਿਕਾਸ ਹੋਇਆ, ਸੁੱਖ ਸਹੂਲਤਾਂ ਲੋਕਾਂ ਨੂੰ ਦਿੱਤੀਆਂ ਔਰ ਬੜੇ ਵੱਡੇ ਪੱਧਰ ਦੇ ਉੱਤੇ ਜਿਹੜਾ ਪੰਜਾਬ ਨੇ ਤਰੱਕੀ ਕੀਤੀ, ਉਹ ਸਾਰੀ ਤਰੱਕੀ ਨੂੰ, ਉਹ ਸਾਰੀ ਡਿਵੈਲਪਮੈਂਟ ਨੂੰ, ਉਹ ਸਾਰੇ ਭਾਈਚਾਰਕ ਸਾਂਝ ਨੂੰ ਕਿਤੇ ਨਾ ਕਿਤੇ ਉਹ ਝੂਠੇ ਵਾਅਦਿਆਂ ਦੀ ਭੇਂਟ ਚੜਾਉਣ ਦੇ ਵਿੱਚ ਤੇ ਦਿੱਲੀ ਤੋਂ ਬਣੀ ਹੋਈ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਝੂਠੀ ਬਿਆਨਬਾਜ਼ੀ ਕਰਕੇ, ਗੁੰਮਰਾਹ ਕਰਕੇ ਜਿਹੜਾ ਉਹ ਸੈਟਬੈਕ ਲਾਈ ਗਈ। ਪਰ ਹੁਣ ਜਿਹੜੇ 5 ਸਾਲ ਲੰਘ ਕੇ ਗਏ ਆ, ਉਹ ਪੰਜਾਬ ਦੇ ਲੋਕ ਪੂਰੀ ਤਰ੍ਹਾਂ ਉਹ ਚੀਜ਼ ਸਮਝਦੇ ਆ ਅਤੇ ਹੁਣ ਲੋਕ ਜਿਹੜਾ ਆ ਉਹ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਲਿਆਉਣ ਦੇ ਲਈ ਜਿਹੜਾ ਕਾਹਲੇ ਹੈ। ਔਰ ਸਭ ਤੋਂ ਵੱਡੀ ਗੱਲ, ਇਸ ਵਾਰ ਜਿਹੜਾ ਇੱਕ ਬਦਲਾਅ ਆਇਆ ਜਿਹਦੇ ਵਿੱਚ 2 ਪਰਿਵਾਰਾਂ ਦਾ ਗੱਠਜੋੜ ਹੋਇਆ ਔਰ ਉਹ 2 ਪਰਿਵਾਰਾਂ ਦਾ ਗੱਠਜੋੜ ਹੋਇਆ ਜਿਨ੍ਹਾਂ ਦੀ ਬਹੁਤ ਗਿਣਤੀ ਪਿੰਡਾਂ ਦੇ ਵਿੱਚ ਹੈ ਅਤੇ ਪਿੰਡਾਂ ਦੇ ਵਿੱਚ ਭਾਈਚਾਰਕ ਸਾਂਝ ਹੈ ਅਤੇ ਉਸ ਗੱਠਜੋੜ ਦੇ ਤਹਿਤ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਜਿਹੜੀ ਹੈ ਉਹ ਸਰਕਾਰ ਬਣਾਊਗੀ। ਉਹ ਮੈਂ ਪਹਿਲਾਂ ਤਾਂ ਜਿਹੜੀ ਆਪਾਂ ਗੱਲ ਕੀਤੀ ਸੀ ਵੀ ਆਗਾਮੀ ਚੋਣਾਂ ਦੇ ਵਿੱਚ ਜਿਹੜੀ ਹੈਗੀ ਆ ਅਕਾਲੀ ਦਲ ਦੀ ਜਿਹੜੀ ਸਥਿਤੀ, ਉਹਦੇ ਤੁਸੀਂ ਜਵਾਬ ਦੇ ਦਿੱਤਾ ਵੀ ਆਉਣ ਵਾਲੀ ਜਿਹੜੀ ਸਰਕਾਰ ਆ ਉਹ ਤੁਹਾਡੇ ਮੁਤਾਬਕ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਦੀ ਹੋਵੇਗੀ। ਅਤੇ ਉਹਦੇ ਨਾਲ ਤੁਸੀਂ ਜਦੋਂ ਇਸ ਮੁੱਦੇ 'ਤੇ ਆਪਾਂ ਆ ਰਹੇ ਸੀ, ਜਿਹੜੀ ਕਾਂਗਰਸ ਦੀ ਕਾਰਗੁਜ਼ਾਰੀ ਹੈਗੀ ਉਹਦੇ ਤੁਸੀਂ ਜਿਹੜੀ ਕੈਪਟਨ ਦੀ ਕਾਰਗੁਜ਼ਾਰੀ ਆ ਉਹਦੇ ਤਾਂ ਆਪਾਂ ਲਗਭਗ ਤੁਸੀਂ ਸਾਰੇ ਜਵਾਬ ਦੇ ਹੀ ਦਿੱਤਾ ਆ। ਮੌਜੂਦਾ ਸਮੇਂ ਜਿਹੜਾ ਚੰਨੀ ਨੂੰ ਮੁੱਖ ਮੰਤਰੀ ਅਹੁਦੇ 'ਤੇ ਬਿਠਾਇਆ ਗਿਆ, ਉਹਦੀ ਹੁਣ ਤੱਕ ਦੀ ਕਾਰਗੁਜ਼ਾਰੀ, ਜਿਹੜੇ ਵੱਡੇ ਵੱਡੇ ਐਲਾਨ ਕੀਤੇ ਗਏ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜੀ, ਪਹਿਲੀ ਗੱਲ ਤਾਂ ਇਹ ਆ ਵੀ ਕਾਂਗਰਸ ਹੀ ਹੈ ਜੀ। ਜਦੋਂ ਕੈਪਟਨ ਅਮਰਿੰਦਰ ਸਿੰਘ ਜੀ ਨੇ ਝੂਠੀ ਸਹੁੰ ਖਾਧੀ ਅਤੇ ਜਿਹੜਾ ਮੌਜੂਦਾ ਮੁੱਖ ਮੰਤਰੀ ਹੁਣ ਬਣਿਆ ਜੀ, ਇਹ ਪਵਿੱਤਰ ਗੁਟਕਾ ਸਾਹਿਬ ਦੀ ਜਦੋਂ ਸਹੁੰ ਖਿਲਾਈ, ਵੀਡੀਓ ਕਢਾ ਕੇ ਦੇਖ ਲਿਓ, ਉਹਦੇ ਵਿੱਚ ਪਿੱਛੇ ਨਾਅਰੇ ਮਾਰਨ ਵਾਲਾ ਇਹ ਆ। ਔਰ ਜਿਹੜੇ 5 ਸਾਲ ਲੰਘ ਕੇ ਗਏ ਆ, ਉਹਦੇ ਵਿੱਚ ਉਸ ਕੈਪਟਨ ਅਮਰਿੰਦਰ ਸਿੰਘ ਦੇ ਸੋਹਲੇ ਗਾਉਂਦੇ ਨਹੀਂ ਸੀ ਥੱਕਦੇ ਵਿਧਾਨ ਸਭਾ ਦੇ ਵਿੱਚ। ਔਰ ਇਹ ਵੀ ਪੰਜਾਬ ਦੇ ਲੋਕਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਇਹ ਜਿਹੜਾ ਚਰਨਜੀਤ ਸਿੰਘ ਚੰਨੀ ਕਾਂਗਰਸ ਦੀ ਸਰਕਾਰ ਨੇ ਮੁੱਖ ਮੰਤਰੀ ਬਣਾਏ ਆ, ਉਹ ਇੱਕ ਤਰ੍ਹਾਂ ਦਾ ਉਹਨਾਂ ਨੇ ਪੰਜਾਬ ਨੂੰ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਵੀ ਜਿਹੜਾ ਦਲਿਤ CM ਹੈ ਉਹ ਬਣਾਇਆ। ਪਰ ਇਹਦੇ ਵਿੱਚ ਇਹ ਸੋਚਣ ਦੀ ਲੋੜ ਹੈ ਵੀ ਸਭ ਤੋਂ ਪਹਿਲੀ ਜਿਹੜੀ ਉਹਨਾਂ ਦੀ ਪਸੰਦ ਸੀ ਉਹ ਸੀ ਨਵਜੋਤ ਸਿੰਘ ਸਿੱਧੂ, ਦੂਜੀ ਪਸੰਦ ਸੀ ਸੁਨੀਲ ਜਾਖੜ, ਤੀਜੀ ਸੀ ਸੁਖੀ ਰੰਧਾਵਾ, ਚੌਥੀ ਸੀ ਅੰਬਿਕਾ ਸੋਨੀ ਜੀ। ਜਦੋਂ 4ਾਂ ਦੇ ਉੱਤੇ ਸਹਿਮਤੀ ਨਹੀਂ ਬਣੀ ਤਾਂ 5ਵੇਂ ਨੰਬਰ 'ਤੇ ਪਿੱਛੋਂ ਚੱਕ ਕੇ ਲਿਆ ਕੇ ਚਰਨਜੀਤ ਸਿੰਘ ਚੰਨੀ ਨੂੰ ਬਣਾ ਦਿੱਤਾ। ਔਰ ਉਹ ਬਣਾਉਣਾ ਉਹਨਾਂ ਦੀ ਮਜਬੂਰੀ ਸੀ। ਉਹ ਇਸ ਕਰਕੇ ਮਜਬੂਰੀ ਸੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਅਨਾਊਂਸ ਕਰ ਦਿੱਤਾ ਸੀ ਬਈ ਅਸੀਂ ਜਿਹੜਾ ਡਿਪਟੀ CM ਉਹ ਸ਼ਡਿਊਲ ਕਾਸਟ SC ਨੂੰ ਬਣਾਵਾਂਗੇ। ਔਰ ਜਿਹੜਾ ਇਹ ਸਮਝੌਤਾ ਹੋਇਆ ਸੀ ਉਹਦੀ ਬੁਖਲਾਹਟ ਕਰਕੇ ਇਹਨਾਂ ਨੇ ਚਰਨਜੀਤ ਸਿੰਘ ਚੰਨੀ ਨੂੰ ਬਣਾਇਆ। ਨਹੀਂ ਤਾਂ 70 ਸਾਲ ਦੇਸ਼ ਨੂੰ ਆਜ਼ਾਦ ਹੋਇਆ ਹੋ ਗਿਆ ਹੈ, 60 ਸਾਲ ਤੋਂ ਵੱਧ ਦਾ ਸਮਾਂ ਕਾਂਗਰਸ ਨੇ ਰਾਜ ਕਰ ਲਿਆ, ਅੱਗੇ ਨਾ ਬਣਾ ਦਿੱਤਾ ਦਲਿਤ CM। ਅਤੇ ਦੂਜਾ, ਇਹ ਪੰਜਾਬ ਦੇ ਲੋਕ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਵੀ ਪਹਿਲਾਂ ਬਾਬੂ ਜਗਜੀਵਨ ਰਾਮ ਜੀ ਦੇ ਨਾਮ ਦੇ ਉੱਤੇ ਵੋਟਾਂ ਲਈਆਂ ਅਤੇ ਦੇਸ਼ ਦੇ ਵਿੱਚ ਜਦੋਂ ਪ੍ਰਾਈਮ ਮਿਨਿਸਟਰ ਬਣਾਉਣ ਦੀ ਵਾਰੀ ਆਈ ਤਾਂ ਉਹਨਾਂ ਦੇ ਹੱਥ 'ਚ ਹਾਰ ਫੜਾ ਦਿੱਤਾ ਵੀ ਪਾ ਦਿਓ ਜੀ, ਕਿਹਦੇ ਪਾਉਣਾ। ਇਹ ਬੜੀ ਸ਼ਾਤਰ ਜਮਾਤ ਹੈ, ਲੋਕ ਸਮਝਦੇ ਆ। ਅਤੇ ਜਿਹੜੇ ਮੁੱਖ ਮੰਤਰੀ ਸਾਹਿਬ ਬਣਾਏ ਆ, ਮੁਬਾਰਕਬਾਦ ਬਣਾ ਦਿੱਤੇ, ਪਰ ਉਹਨਾਂ ਨੂੰ ਇਹ ਡਰਾਮੇਬਾਜ਼ੀਆਂ ਛੱਡ ਕੇ, ਇਹ ਜਿਹੜੇ ਐਲਾਨ ਛੱਡ ਕੇ ਉਹਨਾਂ ਨੂੰ ਕੋਈ ਇੱਕ ਕੰਮ ਹੀ ਪੂਰਨ ਤੌਰ 'ਤੇ ਕਰ ਦੇਣਾ ਚਾਹੀਦਾ। ਬੋਰਡ ਲਾਤੇ, 36,000 ਮੁਲਾਜ਼ਮ ਪੱਕੇ, ਐਲਾਨ ਕੀ ਹੋ ਗਏ? ਪਲਾਟਾਂ ਦਾ ਕਰ ਦਿੱਤਾ ਵੀ ਪਲਾਟ ਦੇਵਾਂਗੇ, ਕੀ ਹੋ ਗਿਆ? ਪਹਿਲਾਂ ਪਲਾਟਾਂ ਦੇ ਫਾਰਮ ਭਰੇ, ਫਿਰ ਮਹਾਤਮਾ ਗਾਂਧੀ ਜੀ ਦੇ ਨਾਮ ਦੇ ਉੱਤੇ ਫਲੋਰ ਦੇ ਵਿੱਚ ਕਮਿਊਨਿਟੀ ਹਾਲ ਦੇ ਵਿੱਚ ਜਿਹੜਾ ਕੈਂਪ ਲਾਇਆ ਗਿਆ 4 ਸਾਲ ਪਹਿਲਾਂ,
ਫਿਰ ਸਤਲੁਜ ਕਲੱਬ ਦੇ ਵਿੱਚ 2 ਵਾਰ ਕੈਂਪ ਲਾਏ ਗਏ। ਹਸ਼ਰ ਕੀ ਹੋਇਆ, ਆ ਪਿਛਲੀ ਵਾਰ ਫਿਰ ਪਲਾਟਾਂ ਦੇ ਫਾਰਮ ਭਰਨ ਲਈ ਕੈਂਪ ਲਾਇਆ, ਲੋਕ ਉੱਥੇ ਗਏ ਨਹੀਂ। ਜੇ ਮੁੱਖ ਮੰਤਰੀ ਸਾਹਿਬ ਇੰਨੇ ਸੰਜੀਦਾ ਹੋ ਤਾਂ ਦਿਓ ਪਿੰਡਾਂ ਦੀਆਂ ਪੰਚਾਇਤਾਂ ਨੂੰ 5-5 ਕਰੋੜ ਰੁਪਏ ਅਕਵਾਇਰ ਕਰਨ ਜ਼ਮੀਨਾਂ, ਤੇ ਉੱਥੇ ਪਲਾਟ ਕੱਟ ਕੇ ਦੇਣ। ਐਲਾਨਾਂ ਨਾਲ ਕੁਛ ਨਹੀਂ ਹੋਣਾ। ਤੁਸੀਂ ਮੁੱਖ ਮੰਤਰੀ ਹੋ, ਬਲਡੋਜ਼ਰ ਦੇ ਉੱਤੇ ਜਿਹੜਾ ਬਹਿ ਕੇ ਤੁਸੀਂ ਦੱਸਦੇ ਹੋ ਵੀ ਮੈਂ ਸੜਕ ਬਣਾਉਣ ਲੱਗਾ, ਉਹਦੇ ਨਾਲੋਂ ਕਲਮ ਦਾ ਇਸਤੇਮਾਲ ਕਰੋ। ਜਿਹੜੇ ਤੁਹਾਡੇ ਭ੍ਰਿਸ਼ਟ ਮੰਤਰੀਆਂ ਨੇ 3 ਲੱਖ ਬੱਚੇ ਨੂੰ ਸਕਾਲਰਸ਼ਿਪ ਨਹੀਂ ਮਿਲੀ, ਉਹਨਾਂ ਦਾ ਫਿਊਚਰ ਖਰਾਬ ਕੀਤਾ, ਉਹਨੂੰ ਚੱਕ ਕੇ ਜੇਲ੍ਹ 'ਚ ਦਿਓ ਤੇ ਉਹ 3 ਲੱਖ ਬੱਚੇ ਦੀ ਪੜ੍ਹਾਈ ਦਾ ਪ੍ਰਬੰਧ ਕਰੋ। ਜੇ ਵਾਕਈ ਤੁਸੀਂ ਦਲਿਤ ਹਿਤੈਸ਼ੀ ਹੋ ਤੇ ਜਹਾਜ਼ 'ਚ ਬੈਠ ਕੇ ਦਿੱਲੀ ਚਲੇ ਜਾਣਾ, ਜਹਾਜ਼ 'ਚ ਬੈਠ ਕੇ ਚੰਡੀਗੜ੍ਹ ਤੋਂ ਰੋਪੜ ਆ ਜਾਣਾ, ਇਹ ਗੱਲਾਂ ਜਿਹੜੀਆਂ ਇਹ ਲੋਕ ਸਭ ਜਾਣਦੇ ਆ। ਅੱਜ ਤੁਹਾਡੇ ਕੋਲ ਸਮਾਂ ਸੀ ਕੁਛ ਕਰਕੇ ਦਿਖਾਉਣ ਦਾ। ਇਹ ਤੁਹਾਡੇ ਐਲਾਨਾਂ ਦੇ ਨਾਲ ਲੋਕਾਂ ਦਾ ਢਿੱਡ ਨਹੀਂ ਭਰਨਾ। MLA ਸਾਹਿਬ, ਤੁਸੀਂ ਗੱਲ ਕੀਤੀ ਹੈ ਦਲਿਤ ਰਾਜਨੀਤੀ ਦੀ। ਤੁਸੀਂ ਵੀ ਕਿਸੇ ਵੇਲੇ BSP ਦੇ ਵਿੱਚ ਸੇਵਾ ਕਰਦੇ ਰਹੇ ਆ। ਤੁਹਾਡੇ ਤੇ ਬਹੁਤ ਵੱਡੇ ਵੱਡੇ ਇਲਜ਼ਾਮ ਜਿਹੜੇ ਸੀ ਉਸ ਵੇਲੇ ਜਿਹੜੇ ਆਪਣੇ ਸੀਗੇ BSP ਦੇ ਜੁਝਾਰੂ ਆਪਣੇ ਆਪ ਨੂੰ ਜਿਹੜੇ ਕਹਿੰਦੇ ਸੀਗੇ, ਉਹਨਾਂ ਵੱਲੋਂ ਲਗਾਏ ਜਾਂਦੇ ਸੀ। ਬਹੁਤ ਬੁਰੇ ਸਾਡੇ ਲਈ ਨਾਮ ਵੀ ਵਰਤੇ ਜਾਂਦੇ ਸੀਗੇ। ਤੇ ਪਰ ਉਹ ਬਹੁਤ ਵੱਡਾ ਘਟਨਾਕ੍ਰਮ ਹੋਇਆ। ਇੱਕ ਬਹੁਤ ਵੱਡਾ ਹਿੱਸਾ ਜਿਹੜਾ ਕਿ BSP ਤੇ ਅਕਾਲੀ ਦਲ ਦੇ ਸਮਝੌਤੇ ਤੋਂ ਬਾਅਦ ਬਾਗੀ ਇੱਕ ਰੁੱਖ ਅਖਤਿਆਰ ਕਰ ਚੁੱਕਾ ਸੀਗਾ, ਤੇ ਉਹ ਪੂਰੇ ਦਾ ਪੂਰਾ ਧੜਾ ਆ, ਆਪਾਂ ਕਹਿ ਸਕਦੇ ਹਾਂ ਵੀ ਵੱਡੇ ਜਿਹੜੇ ਨਾਂ ਸੀਗੇ ਉਹ ਕਾਂਗਰਸ ਵਿੱਚ ਸ਼ਾਮਲ ਹੋ ਚੁੱਕੇ ਹੈਗੇ ਆ। ਉਹਨੂੰ ਕਿੱਦਾਂ ਦੇਖਦੇ ਆ, ਤੇ ਜਿਹੜੀ ਆਪਣੇ ਫਲੋਰ ਦੀ ਰਾਜਨੀਤੀ ਆ ਉਹਦਾ ਕੀ ਪ੍ਰਭਾਵ ਉੱਤੇ ਪਊਗਾ? ਦੇਖੋ ਜੀ, ਜਿਹੜੀ ਬਹੁਜਨ ਸਮਾਜ ਪਾਰਟੀ ਦੇ ਵਿੱਚ ਵੀ ਦਾਸ ਨੂੰ ਕੰਮ ਕਰਨ ਦਾ ਮੌਕਾ ਮਿਲਿਆ, ਅਸੀਂ ਲੰਬਾ ਸਮਾਂ ਕੰਮ ਕੀਤਾ। ਉਦੋਂ ਬਾਅਦ ਵਿੱਚ ਜਿਹੜਾ ਅਕਾਲੀ ਦਲ ਦੇ ਵਿੱਚ ਵੀ ਕੰਮ ਕਰਨ ਦਾ ਮੌਕਾ ਮਿਲਿਆ, ਜਦੋਂ ਮੇਰੇ ਕੋਲ 3 ਤੋਂ 4 ਮਹੀਨੇ ਦਾ ਮੈਨੂੰ ਸਮਾਂ ਮਿਲਿਆ, ਅਸੀਂ ਉਸ ਵੇਲੇ ਪਿੰਡਾਂ ਦੇ ਵਿੱਚ ਇਹ ਨਹੀਂ ਦੇਖਿਆ ਵੀ ਕਿਹੜੀ ਪੰਚਾਇਤ ਬਹੁਜਨ ਸਮਾਜ ਪਾਰਟੀ ਦੀ ਆ ਜਾਂ ਕਿਹੜੀ ਅਕਾਲੀ ਦਲ ਦੀ ਆ। ਅਸੀਂ ਡਿਵੈਲਪਮੈਂਟ ਇਹ ਸੋਚ ਕੇ ਨਹੀਂ ਕਰਾਈ ਵੀ ਇਹ ਇਕੱਲੀ ਅਸੀਂ ਇੱਕ ਪਾਰਟੀ ਦੇ ਜਿਹੜੇ ਹੈ ਉਹਨੂੰ ਮੁੱਖ ਰੱਖ ਕੇ ਕਰਨੀ ਆ। ਅਸੀਂ ਹਰ ਤਰੀਕੇ ਨਾਲ ਡਿਵੈਲਪਮੈਂਟ ਕਰਾਉਣ ਦੀ ਕੋਸ਼ਿਸ਼ ਕੀਤੀ। ਤੁਸੀਂ ਗੱਲ ਕੀਤੀ, ਔਰ ਅਸੀਂ ਕੰਮ ਕੀਤਾ ਇਮਾਨਦਾਰੀ ਨਾਲ, ਔਰ ਅੱਜ ਵੀ ਕਰਦੇ ਹਾਂ। ਪਰ ਕਦੀ ਇਹ ਨਹੀਂ ਹੋਇਆ ਬਈ ਜਿੱਥੇ ਹੈਗੇ ਆ ਉਹਦਾ ਕਦੀ ਮਾੜਾ ਸੋਚੀਏ। ਪਾਰਟੀ ਕੋਈ ਮਾੜੀ ਨਹੀਂ ਹੁੰਦੀ। ਪਾਰਟੀ ਦੀ ਜਿਹੜੀ ਵਿਚਾਰਧਾਰਾ ਹੈ ਉਹ ਜਿਹੜੀ ਉਹਦੇ ਨਾਲ ਲੋਕ ਜੁੜਦੇ ਆ। ਸ਼੍ਰੋਮਣੀ ਅਕਾਲੀ ਦਲ ਸਰਬੱਤ ਦੇ ਭਲੇ ਨੂੰ ਲੈ ਕੇ, ਸਾਰੇ ਜਿਹੜੇ ਜੋ ਵੀ ਪੰਜਾਬ ਦੇ ਮੁੱਦੇ ਉਹਨਾਂ ਨੂੰ ਲੈ ਕੇ ਪੰਜਾਬ ਦੇ ਬਾਰੇ ਸੋਚਦੇ ਆ, ਪੰਜਾਬ ਬਾਰੇ ਚੱਲਦੇ ਆ। ਇਹਦੀਆਂ ਜਿਹੜੀਆਂ 2 ਹੀ ਪਾਰਟੀਆਂ ਆ, ਸ਼੍ਰੋਮਣੀ ਅਕਾਲੀ ਦਲ ਉਹ ਵੀ ਪੰਜਾਬ ਦੀ ਜੰਪਲ ਹੈ, ਤੇ ਜਿਹੜੀ ਬਹੁਜਨ ਸਮਾਜ ਪਾਰਟੀ ਉਹ ਵੀ ਪੰਜਾਬ ਦੀ ਜੰਪਲ ਹੈ। ਤੇ ਦੋਵੇਂ ਪਾਰਟੀਆਂ ਦੇ ਵਿੱਚ ਬਹੁਜਨ ਸਮਾਜ ਪਾਰਟੀ ਦੇ ਵਿੱਚ ਸਭ ਸ਼੍ਰੀ ਕਾਂਸ਼ੀ ਰਾਮ ਜੀ ਨੇ ਮੂਵਮੈਂਟ ਨੂੰ ਅੱਗੇ ਲੈ ਕੇ ਗਏ, ਔਰ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਉਹਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਸਮੁੱਚੀ ਟੀਮ ਉਹ ਅੱਗੇ ਲੈ ਕੇ ਗਏ। ਔਰ ਉਹ ਤੋਂ ਬਾਅਦ ਇਹ ਜਿਹੜਾ ਗੱਠਜੋੜ ਹੋਇਆ, ਉਸ ਗੱਠਜੋੜ ਦੇ ਨਾਲ ਇਹਦੇ ਨਾਲ ਹੁਣ ਜਿਹੜੀ ਹੈ ਉਹਦੇ ਨਾਲ ਜਿੱਥੇ ਸਰਕਾਰ ਬਣਨੀ ਉੱਥੇ ਭਾਈਚਾਰਕ ਸਾਂਝ ਵੀ ਬਣਨੀ ਆ। ਇੱਕ ਤੁਸੀਂ ਗੱਲ ਕੀਤੀ ਹੈ ਵੀ ਜਿਹੜੇ ਜੀ ਸ਼੍ਰੋਮਣੀ ਅਕਾਲੀ ਦਲ ਜਿਹੜੇ BSP ਦੇ ਵਿੱਚ ਬੰਦੇ ਸੀ ਉਹ ਜਿਹੜੇ ਨੇ ਉਹ ਕਾਂਗਰਸ ਦੇ ਵਿੱਚ ਗਏ। ਮੈਂ ਪਹਿਲਾਂ ਵੀ ਕਿਹਾ, ਹੁਣ ਵੀ ਕਹਿਣਾ ਵੀ ਜੇ ਤੁਹਾਡਾ ਮਕਸਦ ਜਿਹੜਾ ਆ ਉਹ ਸੇਵਾ ਭਾਵਨਾ ਵਾਲਾ ਆ, ਤਾਂ ਫਿਰ ਜਿਹੜਾ ਹੈਗਾ ਕਲੀਅਰ ਕਰਨਾ ਚਾਹੀਦਾ। ਪਹਿਲਾਂ ਕੁਛ ਹੋਰ ਕਹਿਣਾ, ਬਾਅਦ 'ਚ ਕੁਛ ਹੋਰ ਕਹਿਣਾ, ਉਹ ਗੱਲਾਂ ਸੋਭਦੀਆਂ ਨਹੀਂ। ਮੈਂ ਪਿੰਡਾਂ 'ਚ ਰਹਿਣਾ, ਸਵੇਰ ਤੋਂ ਸ਼ਾਮ ਤੱਕ ਅਸੀਂ ਪਿੰਡਾਂ ਦੇ ਵਿੱਚ ਜਾਈਦਾ ਵੀ ਆ, ਆਈਦਾ ਵੀ ਆ, ਪਰ ਕਦੀ ਇੱਦਾਂ ਨਹੀਂ ਹੋਇਆ ਬਈ ਜੇ ਇੱਕ ਪਾਰਟੀ 'ਚ ਤਾਂ ਦੂਜੇ ਦੇ ਨਾਲ ਜਿਹੜਾ ਸੰਧੀ ਕਰਕੇ ਰੱਖਣੀ, ਇੱਦਾਂ ਨਹੀਂ। ਜੇ ਜਿੱਥੇ ਹੈਗੇ ਆ ਉਹਦੇ ਸਕੇ ਆ, ਔਰ ਜਿੱਥੇ ਖੜੇ ਆ ਉੱਥੇ ਲਈ ਖੜੇ ਆ। ਜੋ ਸੱਚ ਹੈ ਉਹ ਸੱਚ ਹੈ, ਜੋ ਝੂਠ ਹੈ ਉਹ ਝੂਠ ਹੈ। ਬਾਕੀ ਇਹਨਾਂ ਬਈ ਦਾਸ ਨੂੰ ਤਾਂ ਮੌਕਾ ਮਿਲਿਆ ਸੀ ਇਲੈਕਸ਼ਨ ਤੋਂ ਪਹਿਲਾਂ, ਉਸ ਵੇਲੇ ਵੀ ਜਿਹੜਾ ਲੋਕਾਂ ਨੇ ਸਹਿਯੋਗ ਦਿੱਤਾ, ਅਸੀਂ ਬੜਾ ਮਾਣ ਮਹਿਸੂਸ ਕਰਦੇ ਹਾਂ ਬਈ ਹਲਕਾ ਫਲੋਰ ਤੋਂ ਸਾਨੂੰ ਕੋਈ ਪਹਿਲਾਂ ਕੋਈ ਸਿਆਸੀ ਸਾਡਾ ਬੈਕਗਰਾਊਂਡ ਨਹੀਂ ਸੀ, ਪਰ ਲੋਕਾਂ ਨੇ ਸਾਨੂੰ ਮਾਣ ਬਖਸ਼ਿਆ। ਅਸੀਂ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਲੜੀ, ਮੇਰਾ ਸਾਥ ਦਿੱਤਾ, ਬਸਪਾ ਵਾਲਿਆਂ ਨੇ ਵੀ ਸਾਥ ਦਿੱਤਾ, ਸਾਰਿਆਂ ਨੇ ਸਾਥ ਦਿੱਤਾ। ਉਦੋਂ ਬਾਅਦ ਜਦੋਂ ਅਸੀਂ MLA ਦੀ ਇਲੈਕਸ਼ਨ ਲੜੀ, ਚਲੋ ਪਿਛਲੀ ਵਾਰੀ ਜਦੋਂ ਪਹਿਲਾਂ ਇਲੈਕਸ਼ਨ ਹੋਈ 12 'ਚ, ਉਹਦੇ ਵਿੱਚ ਥੋੜ੍ਹਾ ਨਹੀਂ ਅਸੀਂ ਜਿੱਤ ਸਕੇ। ਉਹ ਤੋਂ ਬਾਅਦ 17 ਦੇ ਵਿੱਚ ਲੋਕਾਂ ਨੇ ਸਾਨੂੰ ਮਾਣ ਦਿੱਤਾ। ਪਰ ਇੱਕ ਕੋਸ਼ਿਸ਼ ਜ਼ਰੂਰ ਹੈ ਵੀ ਜਿਹੜੀ ਸੇਵਾ ਮਿਲੀ ਉਹਨੂੰ ਇਮਾਨਦਾਰੀ ਦਿਆਨਤਦਾਰੀ ਦੇ ਨਾਲ ਨਿਭਾਇਆ। ਸਰਕਾਰ ਦੇ ਵਿੱਚ ਵੀ ਰਹੇ ਹਾਂ 4 ਮਹੀਨੇ, ਔਰ ਹੁਣ ਸਰਕਾਰ ਤੋਂ ਬਿਨਾਂ ਵੀ ਹੈ। ਜੋ ਸਾਡੀ ਮੌਲਿਕ ਡਿਊਟੀ ਹੈ ਉਹਨੂੰ ਅਸੀਂ ਕਰਦੇ ਰਹੇ ਹਾਂ। ਬਾਕੀ ਇਹ ਜਿਹੜੀਆਂ ਸ਼ੌਹਰਤਾਂ ਸਰਦਾਰੀਆਂ ਇਹ ਗੁਰੂ ਮਹਾਰਾਜ ਦੇ ਹੱਥ ਹੈ ਅਤੇ ਲੋਕਾਂ ਦੇ ਸਹਿਯੋਗ ਨਾਲ ਹੈ।
ਜੋ ਉਹਨੇ ਕਰਨਾ ਉਹੀ ਹੋਣਾ ਹੈ। ਜੇ ਕਿਸੇ ਬੰਦੇ ਦੇ ਕੁਝ ਕਰਨ ਦੇ ਨਾਲ ਜਾਂ 2-4 ਜਣਿਆਂ ਦੇ ਕਰਨ ਦੇ ਨਾਲ ਜੇ ਕੁਝ ਹੁੰਦਾ ਹੋਵੇ ਤਾਂ ਫਿਰ ਤਾਂ ਇੱਥੇ ਜਿਹੜਾ ਹੈਗਾ ਉਹ ਜਿਹੜਾ ਉੱਪਰ ਵਾਲੇ ਦੀ ਬਖਸ਼ਿਸ਼ ਹੈ ਉਹਨੂੰ ਤਾਂ ਲੋਕ ਮਾਇਨੇ ਨਾ ਰੱਖਣ। ਤੋ MLA ਸਾਹਿਬ ਹੁਣ ਆਪਾਂ ਥੋੜ੍ਹੇ ਜਲਦੀ ਤੁਹਾਡੇ ਕੋਲ ਜਿਹੜਾ ਆਪਾਂ ਜਵਾਬ ਲੈਣਾ ਚਾਹਾਂਗੇ। ਆਪਾਂ ਹਲਕਾ ਫਲੋਰ 'ਤੇ ਗੱਲ ਕਰਦੇ ਹੈਗੇ ਹਾਂ। ਹਲਕਾ ਫਲੋਰ 'ਤੇ ਤੁਹਾਡੇ ਇਲਜ਼ਾਮ ਇਹ ਆ ਵੀ ਤੁਸੀਂ ਪੂਰੀ ਤਰ੍ਹਾਂ ਜਿਹੜਾ ਹਲਕੇ ਦੀ ਸੇਵਾ ਦੇ ਵਿੱਚ ਵੀ ਦਿਸੇ ਨਹੀਂ ਬਹੁਤ ਹੈ ਲੋਕਾਂ ਦੇ ਜਿੱਦਾਂ ਹਲਕੇ ਦੇ ਵਿੱਚ। ਆਪਣੇ 5 ਸਾਲਾਂ ਦੀ ਕਾਰਗੁਜ਼ਾਰੀ 'ਚ ਕਿਹੜੇ ਵੱਡੇ ਕੰਮ ਜਿਹੜੇ ਤੁਸੀਂ ਗਣਾਉਣਾ ਚਾਹੋਗੇ? ਦੇਖੋ ਜੀ, ਪਹਿਲਾਂ ਤਾਂ ਜਿਹੜਾ ਰੁੜਕਾ ਕਲਾਂ ਆ ਜੀ, ਇਹ ਨਗਰ ਹੈ, ਇਤਿਹਾਸਿਕ ਨਗਰ ਹੈ ਜੀ। ਬਾਕੀ ਤਾਂ ਮੈਂ ਗੱਲ ਹਜੇ ਛੱਡ ਦਿੰਦਾ। ਪਹਿਲਾਂ ਤਾਂ ਤੁਹਾਡੇ ਨਾਲ ਹੀ ਇਸ ਨਗਰ ਵਿੱਚ ਮੇਰੀ 20 ਵਾਰ ਮੁਲਾਕਾਤ ਹੋਈ ਹੈ ਜੀ। ਮੈਂ ਨਗਰ 'ਚ ਆਉਣਾ ਕਰਕੇ ਹੁੰਦੀ ਹੈ ਜੀ। ਦੂਜੀ ਗੱਲ, ਦੇਖੋ ਅਸੀਂ ਤਾਂ ਪੱਤਰਕਾਰ ਭਾਈਚਾਰੇ ਤੌਰ 'ਤੇ ਸਾਡਾ ਤਾਂ ਕੋਈ ਵੀ ਜਿਹੜਾ ਪ੍ਰੋਗਰਾਮ ਹੈ ਅਸੀਂ ਤਾਂ ਉਹਨੂੰ ਹੈਂਡਲ ਕਰਨਾ ਹੀ ਹੁੰਦਾ ਆ। ਮੈਂ ਗੱਲ ਪੂਰੇ ਹਲਕੇ ਦੀ ਗੱਲ ਕਰ ਰਿਹਾ ਜੀ। ਮੈਂ ਉਹੀ ਕਹਿ ਰਿਹਾ ਜੀ। ਤੁਸੀਂ ਜੇ ਪੱਤਰਕਾਰ ਭਾਈਚਾਰਾ ਤੁਸੀਂ ਜੇ ਹੈਂਡਲ ਕਰਨਾ ਅਸੀਂ ਜਾਵਾਂਗੇ ਤਾਂ ਤੁਸੀਂ ਇਹਨੂੰ ਹੈਂਡਲ ਕਰੋਗੇ। ਇਹ ਉਸ ਚੀਜ਼ ਦਾ ਪ੍ਰੂਫ ਹੈ ਵੀ ਅਸੀਂ ਜਾਣਦੇ ਹਾਂ। ਦੂਜਾ ਮੁੱਦਿਆਂ ਦੀ ਕਰ ਰਹੇ 5 ਸਾਲਾਂ 'ਚ ਕਿਹੜੇ ਉਹ ਮੁੱਦੇ ਹੈਗੇ ਜਿਹੜੇ ਤੁਸੀਂ ਕਹਿੰਦੇ ਵੀ ਇਹ ਮੈਂ ਕੰਮ ਕੀਤੇ, ਇਸ ਕੰਮਾਂ ਕਰਕੇ ਮੈਂ ਲੋਕਾਂ ਦੇ ਵਿੱਚ ਜਿਹੜਾ ਵੋਟਾਂ ਮੰਗਣ ਜਾਊਂਗਾ? ਦੇਖੋ ਜੀ, ਪਹਿਲਾਂ ਤਾਂ ਇਹ ਆ ਵੀ ਜਦੋਂ ਮੈਨੂੰ 4 ਮਹੀਨੇ ਦਾ ਮੌਕਾ ਮਿਲਿਆ ਜੀ, ਤੁਹਾਡੇ ਨਗਰ ਜੇ ਮੈਂ ਰੁੜਕਾ ਕਲਾਂ ਦੀ ਗੱਲ ਕਰ ਲਵਾਂ ਜੀ, 70 ਲੱਖ ਤੋਂ ਵੱਧ ਰੁਪਈਆ ਜੀ ਅਸੀਂ ਇਕੱਲੇ ਇਸ ਨਗਰ ਨੂੰ ਦਿੱਤਾ। ਜੀ। ਉਹ ਤੋਂ ਬਾਅਦ ਬਡਾਲਾ ਹੈ, ਕੱਲੇ ਪਿੰਡ ਦੀ ਜਿਹੜੀ ਲਿਸਟ ਹੈ ਤੁਹਾਡੇ ਅਸੀਂ ਨਗਰ ਦੇ ਵਿੱਚ ਇੱਥੇ ਸੰਗਤ ਦਰਸ਼ਨ ਕਰਾਏ। ਇੱਥੇ ਆਲੇ ਦੁਆਲੇ ਦੇ ਪਿੰਡਾਂ ਨੂੰ ਅਸੀਂ ਜੋ ਪਿੰਡਾਂ ਨੇ ਕਿਹਾ ਉਹ ਅਸੀਂ ਪਿੰਡਾਂ ਵਾਲਿਆਂ ਦੀ ਡਿਮਾਂਡ ਦੇ ਅਨੁਸਾਰ ਉਹਨਾਂ ਨੂੰ ਜੋ ਗਰਾਂਟਾਂ ਉਹ ਦਿੱਤੀਆਂ। ਐਸੇ ਵਿਧਾਇਕ ਜਦੋਂ ਤੋਂ ਅਕਾਲੀ ਦਲ ਦੀ ਸਰਕਾਰ ਸੀ ਤੁਹਾਡੀ ਕਾਰਗੁਜ਼ਾਰੀ ਅਸੀਂ ਉਹ 'ਤੇ ਸਵਾਲ ਨਹੀਂ ਕਰ ਰਹੇ, ਸਵਾਲ ਕਰ ਰਹੇ ਵੀ ਐਜ਼ ਏ ਵਿਰੋਧੀ ਲੀਡਰ MLA ਤੁਸੀਂ ਰਹੇ ਆ, ਹਲਕਾ ਇੰਚਾਰਜ ਕਾਂਗਰਸ ਦਾ ਸੀਗਾ, ਐਜ਼ ਏ ਵਿਰੋਧੀ ਤੌਰ 'ਤੇ ਤੁਸੀਂ ਕਿਹੜੇ ਕੰਮ ਜਿਹੜੇ ਕੀਤੇ ਆ? ਦੇਖੋ ਜੀ, ਜਿੱਦਾਂ ਪਾਰਲੀਮੈਂਟ ਦੇ ਵਿੱਚ ਇਹ ਹੁੰਦਾ ਹੈ ਵੀ ਜਿਹੜਾ ਮੈਂਬਰ ਪਾਰਲੀਮੈਂਟ ਆ ਉਹਨੂੰ ਸੰਵਿਧਾਨਿਕ ਤੌਰ ਦੇ ਉੱਤੇ ਜਿਹੜਾ ਉਹਨੂੰ ਇੱਕ ਫਿਕਸ ਅਮਾਊਂਟ ਮਿਲਦੀ ਹੈ ਉਹਦੀ ਡਿਵੈਲਪਮੈਂਟ ਲਈ ਉਹ ਦਿੰਦੇ ਆ। ਜਿਹੜੀ ਇਸ ਸਰਕਾਰ ਦੇ ਵਿੱਚ ਵਿਰੋਧੀ ਧਿਰ ਵਿੱਚ ਚਾਹੇ ਅਸੀਂ ਸੀ ਚਾਹੇ ਕੋਈ ਹੋਰ ਸੀ, ਕੈਪਟਨ ਅਮਰਿੰਦਰ ਸਿੰਘ ਔਰ ਕਾਂਗਰਸ ਸਰਕਾਰ ਨੇ 1 ਵੀ ਰੁਪਈਆ 5 ਸਾਲਾਂ ਦੇ ਵਿੱਚ ਕਿਸੇ MLA ਨੂੰ ਗ੍ਰਾਂਟਾਂ ਵਾਸਤੇ ਨਹੀਂ ਦਿੱਤਾ। ਪਰ ਉਹਦੇ ਤੋਂ ਬਿਨਾਂ ਅਸੀਂ ਜਿਹੜੇ ਲੋਕਾਂ ਦੇ ਇਸ਼ੂ ਸੀਗੇ, ਚਾਹੇ ਉਹ ਮਹਿੰਗਾਈ ਵਾਲਾ ਸੀ, ਚਾਹੇ ਜਿਹੜੇ ਵਧੇ ਹੋਏ ਡੀਜ਼ਲ ਪੈਟਰੋਲ ਦੇ ਰੇਟ ਸੀ, ਚਾਹੇ ਮੁਲਾਜ਼ਮਾਂ ਦੇ ਸੀ, ਚਾਹੇ ਬਿਜਲੀ ਦੇ ਬਿੱਲਾਂ ਦੀ ਗੱਲ ਸੀ, ਚਾਹੇ ਉਦੋਂ ਬਾਅਦ ਸੈਲਰੀਆਂ ਦੀ ਗੱਲ ਸੀ, ਚਾਹੇ ਲਾਅ ਐਂਡ ਆਰਡਰ ਦੀ ਗੱਲ ਸੀ, ਹਰ ਵਿਧਾਨ ਸਭਾ ਸੈਸ਼ਨ ਦੇ ਵਿੱਚ ਚੁੱਕਦੇ ਰਹੇ ਹਾਂ। ਅਤੇ ਉਹਦੇ ਤੋਂ ਬਿਨਾਂ ਜਿਹੜੇ ਨਰੇਸ਼ ਗੁਜਰਾਲ ਜੀ ਮੈਂਬਰ ਪਾਰਲੀਮੈਂਟ ਹੈ ਉਹਨਾਂ ਦੇ ਕੋਲੋਂ ਅਸੀਂ ਤਕਰੀਬਨ 2.5 ਸਾਲ ਪਹਿਲਾਂ ਫਲੋਰ ਸਿਵਲ ਹਸਪੀਟਲ ਵਾਸਤੇ ਇੱਕ ਐਂਬੂਲੈਂਸ ਦਵਾਈ ਔਰ ਉਦੋਂ ਬਾਅਦ ਉੱਥੇ ਵਾਸਤੇ ਮੈਡੀਕਲ ਇਕਵਿਪਮੈਂਟਸ ਜਿਹੜੇ ਆ ਉਹ ਅਸੀਂ ਪੂਰੇ ਕਰਵਾਏ। ਉਹ ਤੋਂ ਬਾਅਦ ਹੁਣ ਨਰੇਸ਼ ਗੁਜਰਾਲ ਜੀ ਦੇ ਕੋਟੇ ਦੇ ਵਿੱਚੋਂ ਅਸੀਂ ਬਹੁਤ ਪਿੰਡਾਂ ਨੂੰ, ਜੇ ਮੈਂ ਗੱਲ ਕਰਾਂ ਸੈਫਾਬਾਦ ਵਿੱਚ ਸਟਰੀਟ ਲਾਈਟਾਂ ਕਰਵਾਈਆਂ, ਲੇਲਾਂ ਦੇ ਵਿੱਚ ਸਟਰੀਟ ਲਾਈਟਾਂ ਕਰਵਾਈਆਂ, ਚੱਕ ਸਾਬੂ ਨੂੰ ਜਿੰਮਾਂ ਲਈ ਵਾਸਤੇ ਗ੍ਰਾਂਟ ਦਿੱਤੀ ਹੈ। ਉਦੋਂ ਬਾਅਦ ਜਿਹੜਾ ਨਗਰ ਪਿੰਡ ਜਾਂ ਜਿਹੜੇ ਹੋਰ ਪਿੰਡ ਨੇ ਜਿਹੜੇ ਜਿੱਦਾਂ ਮੁਠੱਡਾ ਖੁਰਦ ਉੱਥੇ ਲਾਇਬ੍ਰੇਰੀ ਵਾਸਤੇ ਗ੍ਰਾਂਟ ਦਿੱਤੀ ਹੈ। ਪੁਆਰੀ ਪਿੰਡ ਨੂੰ ਡਾਕਟਰ ਅੰਬੇਡਕਰ ਲਾਇਬ੍ਰੇਰੀ ਵਾਸਤੇ ਗ੍ਰਾਂਟ ਦਿੱਤੀ ਹੈ। ਜਿਹੜਾ ਸਾਡਾ ਕੰਮ ਸੀ ਅਸੀਂ ਕਰਦੇ ਰਹੇ ਹਾਂ ਜਿਹੜਾ 5 ਸਾਲ ਵਿੱਚ। ਉਹ ਤੋਂ ਬਿਨਾਂ ਕਰੋਨਾ ਕਾਲ ਆਇਆ, ਜਿੱਥੇ ਮਨੁੱਖਤਾ ਦੇ ਸੇਵਾਦਾਰਾਂ ਨੇ ਸੇਵਾ ਕੀਤੀ ਉੱਥੇ ਜਦੋਂ ਲੋਕ ਘਰਾਂ 'ਚੋਂ ਨਹੀਂ ਸੀ ਨਿਕਲਦੇ ਅਤੇ ਅਸੀਂ ਉਸ ਵੇਲੇ ਆਪਣੇ ਕੋਲੋਂ ਆਪਣੇ ਨਾਲ ਆਪਣੇ ਸਾਥੀਆਂ ਦੇ ਮਿਲ ਕੇ ਅਸੀਂ ਜਿਹੜਾ ਹੈਗਾ ਲੰਗਰ ਦੀ, ਅਸੀਂ ਜਿਹੜਾ ਹੈਗਾ ਉਹਦੇ ਵਿੱਚ ਰਾਸ਼ਨ ਪਹੁੰਚਾਉਣ ਦੀ ਜਿਹੜੀ ਹੈ ਉਹ ਆਪਣੀ ਡਿਊਟੀ ਨੂੰ ਨਿਭਾਇਆ। ਔਰ ਨਿਰੰਤਰ ਜਿਹੜਾ ਜਿਹੜੇ 5 ਸਾਲ ਲੰਘ ਕੇ ਗਏ ਆ ਇਹਦੇ ਵਿੱਚ ਜਿੱਥੇ ਸਾਨੂੰ ਕਿਸੇ ਨੇ ਯਾਦ ਕੀਤਾ ਅਸੀਂ ਉੱਥੇ ਗਏ ਹਾਂ। ਜੇ ਕਿਸੇ ਨੇ ਸਾਨੂੰ ਕੋਈ ਕੰਮ ਸਾਨੂੰ ਕਿਹਾ ਅਤੇ ਅਸੀਂ ਕੋਸ਼ਿਸ਼ ਕੀਤੀ ਹੈ, ਜੇ ਕੋਈ ਸਾਡੇ ਕੋਲ 10 ਕੰਮ ਲੈ ਕੇ ਆਇਆ ਅਸੀਂ ਕੋਸ਼ਿਸ਼ ਕੀਤੀ ਵੀ 6 ਕਰਵਾਈਏ ਜਾਂ 7 ਕਰਵਾਈਏ। ਬਹੁਤਿਆਂ ਦੇ ਕੰਮ ਹੋ ਗਏ, ਬਹੁਤਿਆਂ ਦੇ ਰਹਿ ਗਏ। ਪਰ ਜੋ 5 ਸਾਲ ਪਹਿਲਾਂ ਹੋਇਆ ਨਵਾਂ ਇਹਨਾਂ ਨੇ ਕੁਛ ਨਹੀਂ ਕੀਤਾ। ਜਿਹੜੇ ਹਲਕਾ ਇੰਚਾਰਜ ਦੀ ਗੱਲ ਕਰਦੇ ਹੋ, ਹਲਕਾ ਇੰਚਾਰਜ ਅਤੇ ਉਹਨਾਂ ਦਾ ਜਿਹੜਾ ਫਾਦਰ ਮੈਂਬਰ ਪਾਰਲੀਮੈਂਟ, ਜਦ ਤੁਹਾਡਾ ਵੀ ਬਾਹ ਪੈਂਦਾ, ਹਰ ਲੋਕਾਂ ਦਾ ਬਾਹ ਪੈਂਦਾ ਕਚਹਿਰੀਆਂ ਨਾਲ, ਲੋਕਾਂ ਦਾ ਬਾਹ ਪੈਂਦਾ ਤਹਿਸੀਲ ਆਫਿਸ ਨਾਲ, ਲੋਕਾਂ ਦਾ ਬਾਹ ਪੈਂਦਾ SDM ਆਫਿਸ ਨਾਲ, ਲੋਕਾਂ ਦਾ ਬਾਹ ਪੈਂਦਾ SHO ਨਾਲ, ਲੋਕਾਂ ਦਾ ਬਾਹ ਪੈਂਦਾ ਚੌਂਕੀ ਦੇ ਨਾਲ। ਜਦੋਂ ਵੀ ਕਦੀ ਕੋਈ ਬੰਦਾ ਉੱਥੇ ਜਾਂਦਾ ਹੈ ਤਾਂ ਕੀ ਕਹਿੰਦੇ ਆ ਵੀ ਜੀ ਅਫਸਰ ਕੁਰਸੀਆਂ 'ਤੇ ਹੈ ਨਹੀਂ, ਅਤੇ ਜਦੋਂ ਪੁੱਛਿਆ ਜਾਂਦਾ ਕਿੱਥੇ ਆ ਉਹ ਕਹਿੰਦੇ ਜੀ ਅੱਧੇ ਅਫਸਰ ਵੱਡੇ ਚੌਧਰੀ ਸਾਹਿਬ ਲੈ ਗਏ ਨਾਲ ਅਤੇ ਅੱਧੇ ਛੋਟੇ ਲੈ ਗਏ। ਅਸੀਂ ਸਰਕਾਰ 'ਚ ਰਹੇ ਹਾਂ, ਅਸੀਂ ਕਿਸੇ ਅਫਸਰ ਨੂੰ ਨਹੀਂ ਸੀ ਲੈ ਕੇ ਗਏ। ਮੈਂ ਇਹਨਾਂ ਗੱਲਾਂ ਵੱਲ ਆ ਰਿਹਾ ਸੀਗਾ ਵੀ ਇਸ ਵੇਲੇ ਕਾਂਗਰਸ ਪਾਰਟੀ ਵੱਲੋਂ 2 ਜਿਹੜੇ ਵੱਡੇ ਦਾਅਵੇਦਾਰ ਟਿਕਟ 'ਤੇ ਹੈਗੇ ਆ, ਦਮਨਵੀਰ ਸਿੰਘ ਫਲੋਰ ਜਾਂ ਉਹਨਾਂ ਦਾ ਸਰਬਜੀਤ ਸਿੰਘ ਫਲੋਰ ਪਰਿਵਾਰ 'ਚੋਂ,
ਤੇ ਇੱਕ ਜੋ ਹਲਕਾ ਇੰਚਾਰਜ ਸੀਗੇ ਆਪਣੇ ਬਿਕਰਮਜੀਤ ਸਿੰਘ ਚੌਧਰੀ, ਬਿਕਰਮ ਚੌਧਰੀ ਹੁਣਾਂ ਤੇ ਹਲਕਾ ਇੰਚਾਰਜ ਸੀਗੇ, ਬਹੁਤ ਵੱਡੇ ਵੱਡੇ ਇਲਜ਼ਾਮ ਜਿਹੜੇ ਆ, ਚਾਹੇ ਉਹ ਰੇਤੇ ਦਾ ਹੋਵੇ, ਚਾਹੇ ਨਸ਼ੇ ਦਾ ਹੋਵੇ, ਤੇ ਚਾਹੇ ਇੰਟਰਲੈਕਟਾਈਲਾਂ ਦੇ ਭ੍ਰਿਸ਼ਟਾਚਾਰ ਦਾ ਜਿਹੜਾ ਮਾਮਲਾ ਹੋਵੇ, ਉਹ ਦਮਨਵੀਰ ਸਿੰਘ ਫਲੋਰ ਵੱਲੋਂ ਵੱਡੇ ਪੱਧਰ 'ਤੇ ਚੁੱਕੇ ਗਏ ਤੇ ਉਹਨਾਂ ਨੇ ਵੱਡੇ ਵੱਡੇ ਪ੍ਰੈਸ ਕਾਨਫਰੰਸ ਕਰਕੇ ਇਹ ਇਲਜ਼ਾਮ ਜਾਂ ਦੋਸ਼ ਲਗਾਏ ਸੀਗੇ। ਪਰ ਉਹਦੇ ਨਾਲ ਤੁਹਾਡੇ ਵੱਲ ਵੀ ਉਂਗਲ ਕੀਤੀ ਵੀ ਤੁਸੀਂ ਇਹਨਾਂ ਮਾਮਲੇ 'ਤੇ ਕਿਉਂ ਚੁੱਪ ਰਹੇ ਆ? ਇਹ ਜਿਹੜੇ ਤੁਸੀਂ ਸਰਵਣ ਸਿੰਘ ਫਲੋਰ ਉਹਨਾਂ ਦੀ ਗੱਲ ਕੀਤੀ ਨਾ ਜੀ, ਇਹ 10 ਸਾਲਾਂ 9.5 ਸਾਲਾਂ ਬਾਅਦ ਫਲੋਰ ਦੀ ਧਰਤੀ ਤੇ ਆਣ ਕੇ ਨਹੀਂ ਪੈਰ ਰੱਖਿਆ ਜੀ। ਇਹ ਮੈਂ ਸਰਵਣ ਸਿੰਘ ਫਲੋਰ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਮੇਰੀ ਫੇਸਬੁੱਕ 'ਤੇ ਕੱਢ ਕੇ ਦੇਖ ਲਿਓ ਜੀ। ਸਭ ਤੋਂ ਪਹਿਲਾ ਧਰਨਾ ਰੇਤੇ ਦੇ ਖਿਲਾਫ, ਜੀ, ਇਹਨਾਂ ਦੇ ਜਿਹੜੇ ਲਾਅ ਐਂਡ ਆਰਡਰ ਦੇ ਖਿਲਾਫ ਅਸੀਂ ਸਵਰਗਵਾਸੀ ਸਰਦਾਰ ਅਜੀਤ ਸਿੰਘ ਕੁਹਾੜ ਦੇ ਨਾਲ ਮਿਲ ਕੇ 6 ਮਹੀਨੇ ਬਾਅਦ ਫਲੋਰ ਟੈਕਸੀ ਸਟੈਂਡ ਤੇ ਲਾਇਆ ਸੀ ਜੀ। ਸਭ ਤੋਂ ਪਹਿਲਾ ਧਰਨਾ। ਜੀ। ਦੂਜਾ ਉਦੋਂ ਬਾਅਦ ਵਿੱਚ ਜਦੋਂ ਇਹਨਾਂ ਦਾ ਜਿਹੜਾ ਉਹ ਤੋਂ ਬਾਅਦ ਵਿੱਚ ਫਲੋਰ ਦੇ ਵਿੱਚ ਜੋ ਲਾਅ ਐਂਡ ਆਰਡਰ ਦੀ ਸਥਿਤੀ ਸੀ, ਹਰ ਪਿੰਡ ਦੇ ਵਿੱਚ ਅਸੀਂ ਉਸ ਚੀਜ਼ ਨੂੰ ਜੱਗ ਜ਼ਾਹਰ ਕੀਤਾ। ਜੀ। ਅਗਲੀ ਗੱਲ, ਹਰ ਪ੍ਰੋਗਰਾਮ ਦੇ ਵਿੱਚ ਹਰ ਇੱਕ ਇਸ਼ੂਜ਼ ਦੇ ਉੱਤੇ ਅਸੀਂ ਵਿਧਾਨ ਸਭਾ ਦੇ ਵਿੱਚ ਗੱਲ ਕਰਦੇ ਆਏ ਹਾਂ। ਜਿਹੜੇ ਬੰਦੇ 9.5 ਸਾਲ ਇੱਥੇ ਬੜੇ ਹੀ ਨਹੀਂ, ਉਹ ਮੇਰੇ ਤੇ ਇਲਜ਼ਾਮ ਲਾਉਣ, ਤੇ ਜਿਨ੍ਹਾਂ ਨੂੰ 25 ਸਾਲ ਇੱਥੋਂ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਲੋਕਾਂ ਨੂੰ ਉਹਨਾਂ ਦਾ ਪਤਾ ਵੀ ਕੀ ਕਿਰਦਾਰ ਹੈ, ਜਿਨ੍ਹਾਂ ਨੂੰ ਵਿੱਚੋਂ ਸਾਈਡ ਤੇ ਕਰ ਦਿੱਤਾ ਗਿਆ, 25 ਸਾਲ ਜਿਨ੍ਹਾਂ ਦੀ ਕੁਰਸੀ ਬਾਦਲ ਸਾਹਿਬ ਦੇ ਨਾਲ ਰਹਿੰਦੀ ਸੀ, ਉਹ ਇਲਜ਼ਾਮ ਲਾਉਣ ਜਾਂ ਗੱਲਾਂ ਕਰਨ, ਤੇ ਜਿਹੜੇ 9.5 ਸਾਲ ਉਹਨੂੰ ਕੀ ਪਤਾ 9.5 ਸਾਲਾਂ ਵਿੱਚ ਕੀ ਇੱਥੇ ਹੋਇਆ। 5 ਮਹੀਨੇ ਪਹਿਲਾਂ ਆਣ ਕੇ ਕਦੀ ਕਿਸੇ ਬਾਰੇ ਕੁਝ ਬੋਲ ਦੇਣਾ, ਕਦੀ ਕਿਸੇ ਬਾਰੇ ਕੁਝ ਬੋਲ ਦੇਣਾ, ਤੇ ਪਹਿਲਾਂ ਆਪਣਾ ਤਾਂ ਗਿਰੇਬਨ ਝਾਕਣ ਵੀ ਪਹਿਲਾਂ ਆਪਣਾ ਉਹਨਾਂ ਦਾ ਕਿਹੜੇ ਵੀ ਉਹਨਾਂ ਨੂੰ ਗੱਦੀ ਤੋਂ ਕਿਉਂ ਲਾਇਆ ਗਿਆ, ਉਹਨਾਂ ਨੂੰ ਫਲੋਰ ਦੇ ਲੋਕਾਂ ਨੇ ਮੂੰਹ ਕਿਉਂ ਨਹੀਂ ਲਾਇਆ, ਉਹਨਾਂ ਨੂੰ ਹਲਕਾ ਛੱਡ ਕੇ ਕਿਤੇ ਹੋਰ ਕਿਉਂ ਜਾਣਾ ਪਿਆ। ਉਹ ਜਿਹੜੀਆਂ ਗੱਲਾਂ ਆ, ਇਹ ਜਿਹੜੀਆਂ ਫਰਜ਼ੀ ਗੱਲਾਂ ਆ, ਔਰ ਜੇ ਇੰਨੀ ਜੋਗੇ ਹੁੰਦੇ ਤਾਂ ਫਿਰ ਇੱਥੋਂ ਹਲਕਾ ਕਿਉਂ ਛੱਡ ਕੇ ਜਾਂਦੇ, ਕਿਉਂ ਸਾਈਡ ਤੇ ਹੁੰਦੇ। ਔਰ ਦੂਜੀ ਗੱਲ, ਜਿੱਧਰ ਗਏ ਆ 9.5 ਸਾਲ ਹੋ ਗਏ ਹਲਕਾ ਫਲੋਰ ਛੱਡ ਕੇ ਗਿਆ ਨੂੰ। 5 ਸਾਲ ਪਹਿਲਾਂ ਕਾਂਗਰਸ ਵੀ ਜੁਆਇਨ ਕਰ ਲਈ, ਤੇ ਜਿਹੜੀ ਕਾਂਗਰਸ ਜੁਆਇਨ ਕੀਤੀ ਉਹ ਕਹਿੰਦੇ ਸਾਡੇ ਹੈ ਹੀ ਨਹੀਂ, ਠੀਕ ਹੈ, ਉਹ ਕਹਿੰਦੇ ਸਾਡੇ ਹੈ ਹੀ ਨਹੀਂ। ਬਾਕੀ ਇਹ ਤਾਂ ਕਾਂਗਰਸ ਪਾਰਟੀ ਦਾ ਆ, ਉਹ ਦੇਖਣ। ਪਰ ਇਹ ਜ਼ਰੂਰ ਸੋਚੋ, ਇਹ 25 ਸਾਲ ਲੋਕਾਂ ਨੂੰ ਕੀ ਕਹਿੰਦੇ ਹੁੰਦੇ ਸੀ, ਕਾਂਗਰਸ ਬੜੀ ਸ਼ਾਤਰ ਜਮਾਤ ਹੈ, ਕਾਂਗਰਸ ਬੜੀ ਨਿਕੰਮੀ ਹੈ, ਕਾਂਗਰਸ ਨੇ ਅਕਾਲ ਤਖਤ ਤੇ ਜਿਹੜਾ ਢਹਿ ਢੇਰੀ ਕੀਤਾ, ਤੇ ਮੁੜ ਕੇ ਜਦੋਂ ਫਿਰ ਕੁਰਸੀ ਦਾ ਲਾਲਚ ਆਇਆ ਤੇ ਫਿਰ ਕਾਂਗਰਸ ਚੰਗੀ ਹੋ ਗਈ। ਬਾਦਲ ਸਾਹਿਬ ਦੇ ਨਾਲ ਕੁਰਸੀ ਡਹਿੰਦੀ ਸੀ, ਕੋਈ ਤਾਂ ਉੱਦਾਂ ਦੇ ਗਲਤ ਕੰਮ ਹੋਣਗੇ ਜਿਨ੍ਹਾਂ ਕਰਕੇ ਜਿਹੜੀ ਕੁਰਸੀ ਪਰੇ ਹੋ ਗਈ, ਕੋਈ ਤਾਂ ਉੱਦਾਂ ਦੀਆਂ ਗੱਲਾਂ ਹੋਣਗੀਆਂ, ਪਰ ਮੈਂ ਉਹਨਾਂ ਗੱਲਾਂ 'ਚ ਨਹੀਂ ਜਾਣਾ ਚਾਹੁੰਦਾ। ਇਹ ਕਾਂਗਰਸ ਦਾ ਮੈਟਰ ਹੈ, ਉਹਨੇ ਕਿਹਨੂੰ ਟਿਕਟ ਦੇਣੀ ਹੈ, ਕਿਹਨੂੰ ਟਿਕਟ ਨਹੀਂ ਦੇਣੀ, ਇਹ ਉਹਨਾਂ ਦੀ ਮਰਜ਼ੀ ਹੈ। ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗਾ, ਕੁਰਸੀਆਂ ਕਿਸੇ ਦੀਆਂ ਸਕੀਆਂ ਨਹੀਂ, ਕੱਲ੍ਹ ਕੋਈ ਹੋਰ ਸੀ, ਕੱਲ੍ਹ ਨੂੰ ਕੋਈ ਹੋਰ ਹੋਣਾ। ਪਰ ਜਿਹੜੀ ਵੀ ਕੋਈ ਡਿਊਟੀ ਕਿਸੇ ਨੂੰ ਮਿਲੀ ਹੈ, ਉਹਨੂੰ ਇਮਾਨਦਾਰੀ ਦਿਆਨਤਦਾਰੀ ਦੇ ਨਾਲ ਨਿਭਾਉਣਾ ਚਾਹੀਦਾ। ਚਾਹੇ ਮਾਲਕ ਨੇ ਕਿਸੇ ਦੀ ਕੋਈ ਡਿਊਟੀ ਸਰਕਾਰੇ ਦੁਆਰੇ ਲਾਈ ਹੈ, ਚਾਹੇ ਕਿਸੇ ਦੀ ਧਾਰਮਿਕ ਪੱਖ ਤੋਂ ਲਾਈ ਹੈ, ਚਾਹੇ ਕਿਸੇ ਦੀ ਸਿਆਸੀ ਡਿਊਟੀ ਮਿਲੀ ਹੈ, ਉਹਨੂੰ ਲੋਕਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਔਰ ਗੁਰੂ ਮਹਾਰਾਜ ਤੋਂ ਡਰ ਕੇ ਉਹ ਡਿਊਟੀ ਕਰਨੀ ਚਾਹੀਦੀ ਆ। ਨਹੀਂ ਤਾਂ ਕੁਰਸੀਆਂ ਬਦਲਦੀਆਂ ਨੂੰ ਟਾਈਮ ਨਹੀਂ ਲੱਗਦਾ। ਹੁਣ ਆਪਾਂ ਗੱਲ ਕਰ ਲਈਏ ਜਿਹੜੀ ਰੇਤੇ ਦੀ ਚਰਚੇ ਜਿਹੜੀ ਹਲਕੇ ਚੱਲਦੀ ਰਹੀ ਆ, ਜਾਂ ਨਸ਼ੇ ਦਾ ਗਹੌਰ ਤੱਕ ਬਹੁਤ ਵੱਡਾ ਸੀਗਾ। ਇੱਕ ਨੌਜਵਾਨ ਸੀਗਾ ਜਿਹੜਾ ਉਹ ਨਸ਼ੇ ਦੀ ਡੋਜ਼ ਨਾਲ ਵੱਧ ਨਾਲ ਮਾਰਿਆ ਗਿਆ ਸੀਗਾ, ਤੇ ਪੁਲਿਸ ਕੋਲ ਜਿਹੜਾ ਪਰਚਾ ਸੀ ਉਹ ਮੈਨੂੰ ਲੱਗਦਾ ਵੈਸੇ ਖੁਦਕੁਸ਼ੀ ਦਾ ਇੱਦਾਂ ਚੱਕਰ ਆਉਣ ਵਾਸਤੇ ਇੱਦਾਂ ਕੋਈ ਦਰਜ ਕੀਤਾ ਗਿਆ ਸੀਗਾ। ਤੇ ਉਹ ਤੋਂ ਇਲਾਵਾ ਰੇਤੇ ਦੀ ਮਾਈਨਿੰਗ ਦਾ ਹੋ ਗਿਆ, ਉਹ ਤੋਂ ਬਾਅਦ ਜਿਹੜਾ ਟਾਈਲਾਂ ਦੇ ਵਿੱਚ ਭ੍ਰਿਸ਼ਟਾਚਾਰ ਦੇ ਜਿਹੜੇ ਦੋਸ਼ ਆਪਣੇ ਹਲਕੇ ਵਿੱਚ ਲੱਗੇ ਆ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਸੀ? ਦੇਖੋ, ਜਿਹੜੀ ਨਸ਼ੇ ਦੀ ਸਮੱਸਿਆ ਹੈ, ਇਹ ਪੂਰੇ ਆਲ ਓਵਰ ਵਰਲਡ ਦੀ ਸਮੱਸਿਆ ਹੈ। ਇਹਦੇ ਵਿੱਚ ਤਾਂ ਇਹ ਚੀਜ਼ ਹੈ ਬਈ ਜਿੰਨਾ ਚਿਰ ਘਰ ਦਾ ਪਰਿਵਾਰ ਸਾਥ ਨਹੀਂ ਦਿੰਦਾ, ਸਰਕਾਰ ਸਾਥ ਨਹੀਂ ਦਿੰਦੀ, ਸਮਾਜ ਸਾਥ ਨਹੀਂ ਦਿੰਦਾ, ਉਹਨਾਂ ਚਿਰ ਇਹ ਤੋਂ ਨਿਜਾਤ ਨਹੀਂ ਪਾਈ ਜਾ ਸਕਦੀ। ਜਿਹੜੀ ਭ੍ਰਿਸ਼ਟਾਚਾਰ ਦੀ ਗੱਲ ਹੈ, ਉਹ ਜਿਹੜਾ ਹੈ ਪਿੰਡਾਂ, ਦੇਖੋ ਇੱਕ ਸਿਸਟਮ ਬਣਿਆ ਹੈ, ਪੰਚਾਇਤਾਂ ਲੋਕਾਂ ਨੇ ਚੁਣੀਆਂ, ਵਿਧਾਨ ਸਭਾ ਦਾ ਗਠਨ ਹੋਇਆ, MLA ਚੁਣ ਕੇ ਲੋਕਾਂ ਨੇ ਭੇਜੇ, ਗ੍ਰਾਂਟ ਦਾ ਇੱਕ ਪ੍ਰੋਸੀਜਰ ਹੈ, ਪਿੰਡ ਦੀ ਪੰਚਾਇਤ ਮਤਾ ਪਾਉਂਦੀ ਹੈ, ਗ੍ਰਾਂਟ ਆਉਂਦੀ ਹੈ, ਫਿਰ ਉਦੋਂ ਬਾਅਦ ਉਹ ਪੰਚਾਇਤ ਨੇ ਦੇਖਣਾ ਕਿੱਥੇ ਲੱਗਣਾ। ਉਹਦੇ ਵਿੱਚ ਕੋਈ ਪੋਲੀਟੀਸ਼ੀਅਨ ਹੋਵੇ, ਚਾਹੇ ਮੈਂ ਵੀ ਹੋਵਾਂ, ਜਿਹੜਾ ਵੀ ਕੋਈ ਪੋਲੀਟੀਸ਼ੀਅਨ ਹੋਵੇ, ਉਹਨਾਂ ਨੂੰ ਪੰਚਾਇਤ ਨੂੰ ਫ੍ਰੀ ਹੈਂਡ ਕਰਨਾ ਚਾਹੀਦਾ। ਪੰਚਾਇਤ ਆਪ ਦੀ ਮਰਜ਼ੀ ਨਾਲ ਇੰਟਰਲੋਕਿੰਗ ਮੰਗਾਵੇ, ਪੰਚਾਇਤ ਆਪਣੀ ਮਰਜ਼ੀ ਨਾਲ। ਹਲਕੇ ਵਿੱਚ ਇਹ ਸੀਗਾ ਵੀ ਪੰਚਾਇਤਾਂ ਫ੍ਰੀ ਸੀਗੀਆਂ? ਮੈਂ ਕਹਿੰਦਾ ਜੀ, ਮੈਂ ਤੁਹਾਨੂੰ ਕਹਿ ਰਿਹਾ ਬਿਲਕੁਲ ਨਹੀਂ ਸੀ। ਅਸੀਂ ਕੀਤਾ 4 ਮਹੀਨੇ ਅਸੀਂ ਰਹੇ ਹਾਂ, ਅਸੀਂ ਉਹ 4 ਮਹੀਨੇ ਦੇ ਵਿੱਚ ਅਸੀਂ ਕੀਤਾ, ਪ੍ਰਸ਼ਾਸਨ ਮੁਹੱਈਆ ਕਰਾਇਆ। ਅਸੀਂ ਤੁਹਾਡੇ ਨਗਰ ਦੇ ਪੁਰਾਣੇ ਸਰਪੰਚ ਜਿਹੜੇ ਆ, ਚਲੋ ਹੁਣ ਉਹ ਨਹੀਂ ਦੁਨੀਆ ਤੇ ਰਹੇ, ਅਸੀਂ
ਪੰਚਾਇਤ ਕਾਮਰੇਡ ਜਿਹੜੀ ਹੈਗੀ ਆ ਇੱਥੋਂ ਸੀਗੀ ਕਾਮਰੇਡਾਂ ਦੀ, ਅਸੀਂ ਉਹਨੂੰ ਕਿਹਾ ਦੱਸੋ, ਉਹ ਕਹਿੰਦੇ ਜੀ ਸਾਨੂੰ ਆਹ ਗ੍ਰਾਂਟ ਚਾਹੀਦੀ, ਅਸੀਂ ਉਹਨੂੰ ਗ੍ਰਾਂਟਾਂ ਪਾਤੀਆਂ, ਅਸੀਂ ਉਹਨਾਂ ਨੂੰ ਬਿਲਕੁਲ ਨਹੀਂ ਕਿਹਾ ਵੀ ਤੁਸੀਂ ਫਲਾਨੀ ਜਗ੍ਹਾ ਤੋਂ ਇੰਟਰਲੋਕਿੰਗ ਲਓ, ਅਸੀਂ ਉਹਨੂੰ ਬਿਲਕੁਲ ਨਹੀਂ ਕਿਹਾ ਤੁਸੀਂ ਫਲਾਨੀ ਜਗ੍ਹਾ ਤੋਂ ਜਿਹੜਾ ਹੈਗਾ ਚੱਕੋ। ਇਹ ਪੰਚਾਇਤ ਦੀ ਯੂਰੀਡਿਕਸ਼ਨ ਹੈ, ਇਹ ਪੰਚਾਇਤ ਨੇ ਦੇਖਣਾ। ਕੱਲ੍ਹ ਨੂੰ ਜੇਕਰ ਉਹ ਜਿਹੜੀ ਮਟੀਰੀਅਲ ਮਾੜਾ ਹੈ, ਜੇ ਉਹਦੇ ਵਿੱਚ ਕੱਲ੍ਹ ਨੂੰ ਕੋਈ ਨਾ ਕੋਈ ਉੱਦਾਂ ਦੀ ਗੱਲ ਨਿਕਲਦੀ ਤਾਂ ਪੰਚਾਇਤ ਨੇ ਫਸਣਾ ਹੈ। ਇਹਦੇ ਲਈ ਜੋ ਅੱਜ ਹੋ ਰਿਹਾ ਡੰਡੇ ਦੇ ਜ਼ੋਰ ਨਾਲ ਵੀ ਫਲਾਨੀ ਜਗ੍ਹਾ ਤੋਂ ਇੰਟਰਲੋਕਿੰਗ ਲਓ, ਫਲਾਨੀ ਜਗ੍ਹਾ ਤੋਂ ਰੇਤਾ ਲਓ, ਇਹ ਪੰਚਾਇਤਾਂ ਜਿਹੜੀਆਂ ਆ ਇਹ ਡੈਮੋਕ੍ਰੇਟਿਕ ਵੇ ਨਾਲ ਬਣੀਆਂ, ਇਹ ਉਹਨਾਂ ਦੇ ਕੋਲ ਅਧਿਕਾਰ ਹੈ, ਉਹਨਾਂ ਨੂੰ ਡੰਡੇ ਦੇ ਜ਼ੋਰ ਨਾਲ ਕੋਈ ਵੀ ਪੋਲੀਟੀਸ਼ੀਅਨ ਨੇ ਨਹੀਂ ਕਰ ਸਕਦਾ। ਪਰ ਇਹ ਜਿਹੜਾ ਵੀ ਕੋਈ ਕਰਦਾ ਹੈ, ਜੋ ਫਲੋਰ 'ਚ ਹੋਇਆ ਤੁਸੀਂ ਵੀ ਦੇਖਿਆ, ਬੜੇ ਇਲਜ਼ਾਮ ਲੱਗੇ ਵੀ 2-2 ਰੁਪਏ ਜਿਹੜੇ ਹੈਗੇ ਆ ਇਹ ਕਾਂਗਰਸ ਦੇ ਜਿਹੜੇ ਲੀਡਰ ਲੈਂਦੇ ਆ, ਇਹ ਗਲਤ ਹੈ। ਰੇਤੇ ਦੀ ਗੱਲ ਮੈਨੂੰ ਤਾਂ 3 ਮਹੀਨੇ ਪਹਿਲਾਂ ਮੌਕਾ ਮਿਲਿਆ ਸੀ, ਮੈਂ 3 ਮਹੀਨੇ ਦੇ ਵਿੱਚ ਜਿਹੜਾ ਸੀਗਾ ਜੋ ਵੀ ਸੀ ਉਹ ਕੰਮ ਨਹੀਂ ਹੋਣ ਦਿੱਤਾ। ਬਟ ਹੁਣ ਆ ਨਿਰੰਤਰ 5 ਸਾਲ ਹੋ ਗਏ, ਅਸੀਂ ਬਾਰ-ਬਾਰ ਇਹ ਮੁੱਦਾ ਚੁੱਕਦੇ ਆਏ ਹਾਂ, ਬਾਰ-ਬਾਰ ਇਹ ਕਹਿੰਦੇ ਆਏ ਹਾਂ ਵੀ ਜਿਹੜਾ ਨਹੀਂ ਹੋਣਾ ਚਾਹੀਦਾ। ਹਾਂ ਠੀਕ ਹੈ, ਸਰਕਾਰ ਜਿਹੜੀ ਆ ਆਪ ਦੀ ਲੀਗਲ ਤਰੀਕੇ ਨਾਲ ਅਲੋਟਮੈਂਟ ਕਰੇ, ਉਹਨੂੰ ਜਿਹਨੇ ਵੀ ਕਿਸੇ ਨੇ ਲੈਣਾ ਉਹਦੇ ਵਿੱਚ ਚਾਹੇ ਕੋਈ ਹਲਕੇ ਦਾ ਲੋਕ ਲਵੇ ਚਾਹੇ ਕੋਈ ਬਾਹਰਲਾ ਲੋਕ ਲਵੇ, ਪਰ ਜਿਹੜੇ ਕਰਦੇ ਆ ਇਹ ਕੁਦਰਤੀ ਸੋਮੇ ਆ, ਇਹਦਾ ਭੁਗਤਾਨ ਜ਼ਰੂਰ ਦੇਣਾ ਪੈਣਾ। ਇਹ ਮਾੜਾ ਆ, ਪਰ ਮੈਂ ਫੇਰ ਤੁਹਾਡੇ ਚੈਨਲ ਤੋਂ ਇਹ ਗੱਲ ਕਹਿਣੀ ਚਾਹੁੰਦਾ ਬਈ ਕੁਰਸੀਆਂ ਕਿਸੇ ਦੀਆਂ ਸਕੀਆਂ ਨਹੀਂ, ਇਹ ਅੱਜ ਕਿਸੇ ਹੋਰ ਕੋਲ ਹੈ, ਕੱਲ੍ਹ ਨੂੰ ਕਿਸੇ ਹੋਰ ਕੋਲ ਹੋਣੀਆਂ। ਮੈਂ ਠੋਕ ਵਜਾ ਕੇ ਕਹਿਣਾ ਅਸੀਂ 60 ਕਰੋੜ ਤੋਂ ਵੱਧ ਰੁਪਈਏ ਦੀ ਗ੍ਰਾਂਟ ਦਿੱਤੀ ਆ। ਇੱਕ ਵੀ ਸਰਪੰਚ ਕੋਈ ਕਾਂਗਰਸ ਦਾ ਕਹਿ ਦੇਵੇ ਬਈ ਅਸੀਂ ਉਹਨਾਂ ਨੂੰ ਇਹ ਫੋਰਸ ਕੀਤਾ ਹੋਵੇ ਕਿਤੇ ਨੂੰ ਲਓ, ਜਾਂ ਅਸੀਂ ਇੱਕ ਵੀ ਸਰਪੰਚ ਨੂੰ, ਕਿ ਅੱਜ ਕੱਲ੍ਹ ਤਾਂ ਬੜਾ ਟਰੈਂਡ ਚੱਲਦਾ ਵੀ ਨੀਲੇ ਕਾਰਡ ਦਾ ਸਟਿੱਕਰ ਚੌਧਰੀ ਸੰਤੋਖ ਸਿੰਘ ਹੁਣਾਂ ਦੇ ਘਰੋਂ ਮਿਲਣਾ, ਅਸੀਂ ਤਾਂ ਨਹੀਂ ਸੀ ਕਦੀ ਪੁੱਛਿਆ। ਅਸੀਂ ਤਾਂ ਕਿ ਕਿਹੜੇ ਧਰਮ ਨੂੰ ਮੰਨਣ ਵਾਲਾ, ਉਹਦੀ ਪਾਰਟੀ ਕਿਹੜੀ ਆ, ਉਹਦੀ ਕਾਸਟ ਕਿਹੜੀ, ਅਸੀਂ ਕਦੀ ਨਹੀਂ ਸੀ ਗੱਲ ਕੀਤੀ ਕਿ ਜਿਹੜਾ ਲੋੜਵੰਦ ਉਹਦਾ ਕਾਰਡ ਬਣੇ, ਅਸੀਂ ਨਹੀਂ ਸੀ ਇਹਦੇ ਵਿੱਚ ਪਏ। ਪਰ ਜੋ ਇਹ ਹੋ ਰਿਹਾ ਇਹ ਚੰਗਾ ਨਹੀਂ, ਕਿਉਂਕਿ ਇਹ ਜਿਹੜਾ ਫਿਰ ਸੰਵਿਧਾਨ ਦੀ ਤਾਂ ਫਿਰ ਮਹੱਤਤਾ ਹੀ ਖਤਮ ਹੋ ਜਾਊ ਜੇ ਇੱਦਾਂ ਹੋਣ ਲੱਗ ਪਿਆ। ਸੰਵਿਧਾਨਿਕ ਤੌਰ 'ਤੇ ਜੇ ਜਿਹੜੀਆਂ ਸਰਕਾਰਾਂ ਬਣਦੀਆਂ ਜਦੋਂ, ਉਦੋਂ ਬਾਅਦ ਉਹ ਸਰਕਾਰਾਂ ਨੂੰ ਚਲਾਉਣਾ ਵੀ ਜਿਹੜਾ ਹੈਗਾ ਉਹ ਜਿਹੜਾ ਚੁਣੇ ਹੋਏ ਨੁਮਾਇੰਦਿਆਂ ਦਾ ਕੰਮ ਹੈ। ਸੋ ਵੱਡੇ ਵਿਸਤਾਰ ਦੇ ਨਾਲ ਜਿਹੜੇ ਹਲਕਾ ਫਲੌਰ ਦੇ ਬਹੁਤ ਵੱਡੇ ਸਾਰੇ ਮੁੱਦੇ ਜਿਹੜੇ ਪਿਛਲੇ 5 ਸਾਲਾਂ ਵਿੱਚ ਚਰਚਾ ਦਾ ਵਿਸ਼ਾ ਬਣੇ ਰਹੇ ਆ, ਅਤੇ ਬੜੀ ਬੇਬਾਕੀ ਨਾਲ ਸਾਡੇ MLA ਸਾਹਿਬ ਬਲਦੇਵ ਸਿੰਘ ਖਹਿਰਾ ਉਹਨਾਂ ਦਾ ਜਵਾਬ ਦੇ ਰਹੇ ਆ। ਅਤੇ ਖਹਿਰਾ ਸਾਹਿਬ, ਹੁਣ ਆਪਾਂ ਕਰ ਲਈਏ ਆਗਾਮੀ ਚੋਣਾਂ 'ਤੇ ਜਿਹੜੀਆਂ ਆਉਣ ਵਾਲੀਆਂ ਹੈਗੀਆਂ, ਅਤੇ ਇੱਕ BSP ਅਤੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ, ਵੱਡੀਆਂ ਜਿਹੜੀਆਂ 2 ਧਿਰਾਂ ਸੀਗੀਆਂ ਸ਼੍ਰੋਮਣੀ ਆਪਣੇ ਹਲਕਾ ਫਲੌਰ ਦੇ ਵਿੱਚ, 2 ਧਿਰਾਂ ਜੋੜਨ ਤੋਂ ਬਾਅਦ ਹਲਕੇ ਦੀ ਸਥਿਤੀ ਅਤੇ ਤੁਹਾਡਾ ਮੁਕਾਬਲਾ ਕਿਹਦੇ ਨਾਲ ਮੰਨਦੇ ਹੋ ਤੁਸੀਂ? ਦੇਖੋ ਜੀ, ਗੱਲ ਇੱਕ ਹੈ ਵੀ ਪਹਿਲੀ ਗੱਲ ਤਾਂ ਮੈਂ ਜਿਹੜੀ ਇਹ ਜਦੋਂ ਦਾ ਸਿਆਸਤ 'ਚ ਪਿਆ ਜੀ, ਮੈਂ ਦਿਲੋਂ ਕਹਿੰਦਾ, ਕੋਈ ਫਾਰਮੈਲਿਟੀ ਨਹੀਂ ਕਰਦਾ ਜੀ, ਮੇਰੇ ਪਰਿਵਾਰ 'ਚ ਕੋਈ ਵੀ MLA ਨਹੀਂ ਸੀ ਪਹਿਲਾਂ ਜੀ, ਨਾ ਦਾਦਾ ਸੀ ਮੇਰਾ, ਨਾ ਮੇਰੇ ਫਾਦਰ ਸਾਹਿਬ ਸੀ, ਨਾ ਕੋਈ ਪਰਿਵਾਰ ਦਾ ਹੋਰ ਮੈਂਬਰ ਸੀਗਾ, ਔਰ ਅਸੀਂ ਕਦੀ ਜ਼ਿੰਦਗੀ ਸੋਚਿਆ ਵੀ ਨਹੀਂ ਸੀ ਵੀ ਅਸੀਂ MLA ਬਣਾਂਗੇ। ਹਾਲਾਤ ਇੱਦਾਂ ਦੇ ਬਣੇ, ਸਾਨੂੰ ਜ਼ਿਲ੍ਹਾ ਪ੍ਰੀਸ਼ਦ ਇਲੈਕਸ਼ਨ ਲੜਨੀ ਪੈ ਗਈ, ਔਰ ਉਸ ਤੋਂ ਬਾਅਦ ਹਾਲਾਤ ਇੱਦਾਂ ਦੇ ਬਣੇ ਸਾਨੂੰ MLA ਦਾ ਇਲੈਕਸ਼ਨ ਲੜਨਾ ਪੈ ਗਿਆ। ਆਉਣ ਵਾਲੇ ਸਮੇਂ ਦੇ ਵਿੱਚ ਦੱਸਾਂਗੇ ਵੀ ਹਾਲਾਤ ਇਹ ਬਣਵਾਏ ਵੀ ਕਿਹਨੇ ਅਤੇ ਇੱਦਾਂ ਦੇ ਹਾਲਾਤ ਬਣੇ ਵੀ ਕਿਉਂ, ਔਰ ਉਹ ਮਾਲਕ ਜਾਣਦਾ ਵੀ ਜਿਨ੍ਹਾਂ ਨੇ ਬਣਵਾਏ ਉਹ ਅੱਜ ਲੱਭਦੇ ਨਹੀਂ, ਜਿਹੜੇ ਜਿਨ੍ਹਾਂ ਨੇ ਬਣਵਾਏ। ਅਤੇ ਉਦੋਂ ਬਾਅਦ ਇੱਕੋ ਹੀ ਫੋਕਸ ਰੱਖਿਆ ਵੀ ਅਸੀਂ ਤਾਂ ਆਪ ਦਾ ਜਿਹੜਾ ਜੋ ਡਿਊਟੀ ਮਿਲੀ ਆ, ਮੈਂ ਪਿੰਡ 'ਚ ਰਹਿਣਾ, ਮੈਂ ਜਲੰਧਰੋਂ ਨਹੀਂ ਆਉਣਾ ਵੀ ਮੈਂ ਪੌਣੇ 5 ਸਾਲਾਂ ਬਾਅਦ ਜਲੰਧਰੋਂ ਆਉਣਾ, ਮੈਂ ਪਿੰਡ ਰਹਿਣਾ, ਮੀਂਹ ਆਵੇ ਹਨੇਰੀ ਆਵੇ, ਮੈਂ ਆਪਣੀ ਡਿਊਟੀ ਸਮਝ ਕੇ ਰੋਜ਼ 7 ਵਜੇ ਗਰਮੀਆਂ ਨੂੰ ਅਤੇ 8 ਵਜੇ ਸਰਦੀਆਂ ਨੂੰ ਆਪਦੇ ਘਰ ਮੈਂ ਮਤਲਬ ਪਬਲਿਕਲੀ ਅਵੇਲੇਬਲ ਹੁੰਦਾ, ਸਾਰਿਆਂ ਨੂੰ ਪਤਾ ਇਸ ਗੱਲ ਦਾ, ਰਾਤ ਨੂੰ ਸੌਂਦਾ ਵੀ ਘਰ ਆ। ਪਰ ਜਿਹੜਾ ਆਹ ਟਾਈਮ ਲੰਘ ਕੇ ਗਿਆ ਨਾ, ਅਸੀਂ ਆਪਣੀ ਡਿਊਟੀ ਨੂੰ ਇਮਾਨਦਾਰੀ ਨਾਲ ਨਿਭਾਇਆ। ਵਿਧਾਨ ਸਭਾ ਹਲਕਾ ਫਲੌਰ ਦੇ ਲੋਕ, ਚਾਹੇ ਉਹ ਪਹਿਲੀ ਸਰਕਾਰ ਵਿੱਚ ਕਾਂਗਰਸ ਦੇ ਸਰਪੰਚ ਵੀ ਹੋਣ, ਚਾਹੇ ਹੁਣ ਵਾਲੀ ਸਰਕਾਰ ਦੇ ਵਿੱਚ ਵੀ ਹੋਣ, ਉਹਨਾਂ ਨੂੰ ਸਭ ਪਤਾ ਸੱਚ ਕੀ ਹੈ ਝੂਠ ਕੀ ਉਹ ਵੀ ਪਤਾ। ਮੈਂ ਕਦੀ ਅੱਜ ਤੱਕ ਇਸ ਗੱਲ ਦੀ ਚਿੰਤਾ ਨਹੀਂ ਕੀਤੀ ਕਿ ਰਿਜ਼ਲਟ ਕੀ ਆਉਣਾ, ਕਿਉਂਕਿ ਉਹ ਕਹਿੰਦੇ ਨਾ, ਕਹਾਵਤ ਹੈ ਵੀ ਜਿਨ੍ਹਾਂ ਲੋਕਾਂ ਦੇ ਹੱਥਾਂ ਦੇ ਉੱਤੇ ਨਾ ਰੱਟਣ ਪਏ ਹੋਣ ਤਾਂ ਉਹਨਾਂ ਨੂੰ ਹੱਥ ਦਿਖਾਉਣ ਦੀ ਲੋੜ ਨਹੀਂ ਪੈਂਦੀ, ਪਤਾ ਹੁੰਦਾ ਵੀ ਜਿਹੜਾ ਮਿਹਨਤ ਕਸ਼ ਤੇ ਕਾਮੇ ਜਿਹੜੇ ਉਹ ਲੋਕ ਆ ਉਹਨਾਂ ਨੂੰ ਉਹਨਾਂ ਚੀਜ਼ਾਂ ਮਗਰ ਨਹੀਂ ਜਾਣ ਦੀ ਲੋੜ ਪੈਂਦੀ। ਇਹਦੇ ਲਈ ਮੇਰਾ ਇਹ ਜਿਹੜੇ ਤੁਸੀਂ ਵਿਚਾਰ ਦੇ ਰਹੇ ਆ ਦੇਖਣ ਨੂੰ ਸੁਣਨ ਨੂੰ ਬਹੁਤ ਸੋਹਣੇ ਲੱਗਦੇ ਆ, ਪਰ ਜਿਹੜੀ ਅਖੀਰੀ ਜਿਹੜੀ ਜੰਗ ਆ ਉਹ ਵੋਟ ਬੈਲਟ ਦੇ ਵਿੱਚੋਂ ਉੱਥੇ ਜਾ ਕੇ ਆਪਣੀ ਹੋਣੀ ਆ। ਮੇਰਾ ਸਿੱਧਾ ਸਵਾਲ ਸੀਗਾ ਵੀ ਪਿਛਲੀ ਵਾਰ ਤੁਹਾਡਾ ਜਿਹੜਾ ਵੋਟ ਪ੍ਰਤੀਸ਼ਤ ਸੀਗਾ ਉਹ ਮਿਲਾ ਕੇ ਅਤੇ ਪਲੱਸ ਜਿਹੜਾ BSP ਵੋਟ ਪਲੱਸ ਮਿਲਾ ਕੇ ਉਹ 49% ਤੇ ਸਮਥਿੰਗ ਹੋ ਜਾਂਦਾ ਹੈਗਾ, ਉਹ ਵੋਟ ਬੈਂਟ ਲੈ ਕੇ ਤੁਹਾਡਾ ਮੁਕਾਬਲਾ ਜਾਂ ਆਪਣੇ ਆਪ ਕਿੰਨਾ ਕੁ ਮਜ਼ਬੂਤ ਤੁਸੀਂ ਮੰਨਦੇ ਇਸ ਜਿਹੜੀ ਆਉਣ ਵਾਲੀ ਆਗਾਮੀ ਚੋਣਾਂ ਦੇ ਵਿੱਚ? ਦੇਖੋ ਜੀ, ਮੈਨੂੰ ਤਾਂ ਭਰਾਵਾਂ ਦਾ ਸਾਥ ਚਾਹੀਦਾ ਜੀ, ਬਜ਼ੁਰਗਾਂ ਦਾ ਆਸ਼ੀਰਵਾਦ ਚਾਹੀਦਾ ਜੀ,
ਅਸੀਂ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਜਿਹੜੇ ਸਾਰੇ ਆਗੂ ਸਾਹਿਬਾਨ ਹੈ ਜਾਂ ਜਿਹੜੇ ਦੋ ਹੀ ਅਸੀਂ ਪਰਿਵਾਰ ਹੈ, ਅਸੀਂ ਜਦੋਂ ਵੀ ਇਕੱਠੇ ਬਹਿੰਦੇ ਹਾਂ ਅਸੀਂ ਕਿਸੇ ਨਾਲ ਮੁਕਾਬਲਾ ਨਹੀਂ ਗਿਣਦੇ। ਅਸੀਂ ਤਾਂ ਇਹ ਮੰਨ ਕੇ ਚੱਲਦੇ ਵੀ ਸਾਡਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ। ਔਰ ਇੱਥੋਂ ਬੜੇ ਅੱਛੇ ਤਰੀਕੇ ਦੇ ਨਾਲ ਇਹ ਦੋ ਹੀ ਪਰਿਵਾਰ ਜਿਨ੍ਹਾਂ ਨੇ ਮੈਨੂੰ ਸੇਵਾ ਦਿੱਤੀ ਹੈ, ਅਸੀਂ ਉਹਨੂੰ ਬੜੀ ਇਮਾਨਦਾਰੀ ਦੇ ਨਾਲ ਨਿਭਾਵਾਂਗੇ। ਔਰ ਪਹਿਲਾਂ ਨਾਲੋਂ ਵੀ ਵਧੀਆ ਤਰੀਕੇ ਦੇ ਨਾਲ ਜਿਹੜਾ ਹੈਗਾ ਇੱਥੋਂ ਸਾਰਿਆਂ ਦੇ ਸਹਿਯੋਗ ਨਾਲ, ਸਾਰਿਆਂ ਦੇ ਆਸ਼ੀਰਵਾਦ ਨਾਲ ਜਿਹੜਾ ਹੈਗਾ ਵਿਧਾਨ ਸਭਾ 2022 ਦੀ ਜਿਹੜੀ ਇਲੈਕਸ਼ਨ ਹੈ ਉਹ ਇੱਥੋਂ ਸਹਿਯੋਗ ਨਾਲ ਜਿੱਤਾਂਗੇ। ਔਰ ਜਿੱਤਣ ਤੋਂ ਬਾਅਦ ਭੈਣ ਕੁਮਾਰੀ ਮਾਇਆਵਤੀ ਜੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਦੇ ਹੱਥ ਮਜ਼ਬੂਤ ਕਰਾਂਗੇ ਅਤੇ ਗੱਠਜੋੜ ਦੀ ਸਰਕਾਰ ਬਣਨ ਤੋਂ ਬਾਅਦ ਜਿਹੜੇ 13 ਨਕੋਤੀ ਪ੍ਰੋਗਰਾਮ ਹੈ ਜਾਂ ਜਿਹੜੇ ਕਿਰਤੀ ਕਾਮੇ ਮਜ਼ਦੂਰ ਕਿਸਾਨ ਜਿਨ੍ਹਾਂ ਦਾ ਗਠਬੰਧਨ ਹੋਇਆ ਉਹਨਾਂ ਦੀਆਂ ਆਸਾਂ ਉਮੀਦਾਂ ਦੇ ਉੱਤੇ ਪੂਰੇ ਖਰੇ ਉਤਰ ਕੇ ਦਿਖਾਵਾਂਗੇ। ਸਿੱਧਾ ਸਵਾਲ, ਬਿਕਰਮਜੀਤ ਸਿੰਘ ਚੌਧਰੀ ਜਾਂ ਦਮਨਵੀਰ ਸਿੰਘ ਫਲੋਰ, ਕੈਂਡੀਡੇਟ ਦੋ ਜਿਹੜੇ ਮੇਨ ਹੈਗੇ ਆ, ਕਿਹਦੇ ਨਾਲ ਆਪਣਾ ਮੁਕਾਬਲਾ ਜ਼ਿਆਦਾ ਮੰਨਦੇ ਆ? ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਸਾਡਾ ਇਹਨਾਂ ਨਾਲ ਕਿਸੇ ਨਾਲ ਕੋਈ ਮੁਕਾਬਲਾ ਹੀ ਹੈ ਨਹੀਂ ਜੀ, ਕੋਈ ਸਾਡਾ ਇਹਨਾਂ ਨਾਲ ਮੁਕਾਬਲਾ ਨਹੀਂ। ਤੇ ਜਦੋਂ ਮੁਕਾਬਲਾ ਹੀ ਨਹੀਂ ਤਾਂ ਫਿਰ ਆਪਾਂ ਗੱਲ ਕਾਹਦੀ ਕਰਨੀ ਉਹਨਾਂ ਦੀ? ਹਲਕਾ ਫਲੋਰ ਦੇ ਬਹੁਤ ਸਾਰੀਆਂ ਸਮੱਸਿਆਵਾਂ ਹੈਗੀਆਂ। ਗੁਰਿਆਂ ਦਾ ਬੱਸ ਸਟੈਂਡ ਹੈਗਾ ਆ, ਫਲੋਰ ਦਾ ਬੱਸ ਸਟੈਂਡ ਆ, ਗੁਰਿਆਂ ਦਾ ਹਸਪਤਾਲ ਸਿਵਲ ਹਸਪਤਾਲ ਆ, ਰੁੜਕਾ ਕਲਾਂ ਦੇ ਵਿੱਚ ITI ਤੱਕ ਨੀਂਹ ਪੱਥਰ ਰੱਖਿਆ ਸੀ ਪਰ ਨੀਂਹ ਪੱਥਰ ਹੀ ਰਹਿ ਗਿਆ। ਇਹ ਮਾਮਲੇ ਮੈਨੂੰ ਲੱਗਦਾ ਉਸ ਵੇਲੇ ਅਵਿਨਾਸ਼ ਚੰਦਰ ਕਲੀਅਰ ਹੋਣੀ ਸੀਗੇ ਜਦੋਂ ਦੇ ਇਸ਼ੂ ਸ਼ੁਰੂ ਹੋਏ ਸੀਗੇ, ਕਿਉਂਕਿ ਗੁਰਿਆਂ ਦੀ ਬਿਲਡਿੰਗ ਬਣ ਚੁੱਕੀ ਹਸਪਤਾਲ ਦੀ, ਗੁਰਿਆਂ ਆਪਣੇ ਰੁੜਕਾ ਕਲਾਂ ਬਿਲਡਿੰਗ ਫਲੋਰ ਵਾਸਤੇ ਵੀ ਜਿਹੜਾ ਮੈਨੂੰ ਲੱਗਦਾ ਥਾਂ ਵਗੈਰਾ ਦਿੱਤਾ ਗਿਆ ਆ। ਪਰ ਇਹ ਜਿਹੜੇ ਪ੍ਰੋਜੈਕਟ ਹਜੇ ਤੱਕ ਅਧੂਰੇ ਪਏ ਆ ਜਾਂ ਬਿਲਕੁਲ ਸ਼ੁਰੂ ਨਹੀਂ ਕੀਤੇ ਗਏ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਗੁਰਾਇਆਂ ਤੇ ਫਲੋਰ ਦੇ ਵਿੱਚ 2 ਪੁਲਿਸ ਸਟੇਸ਼ਨ ਬਣੇ ਅਕਾਲੀ ਦਲ ਦੀ ਦੇਣ। ਗੁਰਾਇਆਂ ਫਲੋਰ ਦੇ ਵਿੱਚ ਸਿਵਲ ਹਸਪੀਟਲ ਬਣੇ ਅਕਾਲੀ ਦਲ ਦੀ ਦੇਣ। ਗੁਰਾਇਆਂ ਫਲੋਰ ਦੇ ਵਿੱਚ ਜਿਹੜਾ ਤਹਿਸੀਲ ਕੰਪਲੈਕਸ ਬਣੇ ਅਕਾਲੀ ਦਲ ਦੀ ਦੇਣ। ਤੇਂਗ ਦੇ ਵਿੱਚ ਡਿਗਰੀ ਕਾਲਜ ਬਣਿਆ ਅਕਾਲੀ ਦਲ ਦੀ ਦੇਣ। ਡਰਾਈਵਿੰਗ ਟੈਸਟਿੰਗ ਸੈਂਟਰ ਦੁਸਾਂਝ ਖੁਰਦ ਬਣਿਆ ਅਕਾਲੀ ਦਲ ਦੀ ਦੇਣ। ਇਹਨਾਂ ਦੇ ਕੋਲੋਂ ਇੱਕ ਰੁੜਕਾ ਕਲਾਂ ਦੀ ITI ਨਹੀਂ ਅੱਗੇ ਵਧਾ ਹੋਈ, ਇੱਕ ਵੀ ITI ਨਹੀਂ ਅੱਗੇ। ਇਹ ਮੈਂ ਤੁਹਾਨੂੰ ਫਲੋਰ ਦੇ ਦੱਸੇ ਆ। ਜੇ ਕਿਤੇ ਪੰਜਾਬ ਦੀ ਗੱਲ ਕਰੀਏ, ਏਅਰਪੋਰਟਸ ਅਕਾਲੀ ਦਲ ਦੀ ਦੇਣ, ਸਕੀਮਾਂ ਅਕਾਲੀ ਦਲ ਦੀ ਦੇਣ, ਕਿਸਾਨੀ ਦੇ ਉੱਤੇ ਜਿਹੜੇ ਡਿਵੈਲਪਮੈਂਟ ਜਾਂ ਕਿਸਾਨੀ ਦੇ ਵਿੱਚ ਜਿਹੜੀਆਂ ਸੁੱਖ ਸਹੂਲਤਾਂ ਮਿਲੀਆਂ ਉਹ ਅਕਾਲੀ ਦਲ ਦੀ ਦੇਣ। ਐਜੂਕੇਸ਼ਨ ਦੇ ਵਿੱਚ ਹਰ ਜ਼ਿਲ੍ਹੇ 'ਚ ਮੈਰੀਟੋਰੀ ਸਕੂਲ ਬਣਾਏ ਸੀ। ਸਰਕਾਰ ਬਦਲ ਗਈ, ਇਹ ਚਾਹੁੰਦੇ ਤਾਂ ਹਰ ਹਲਕੇ 'ਚ ਬਣ ਸਕਦੇ ਸੀ, ਇਹਨੇ ਨਹੀਂ ਬਣਾਏ। ਧੀਆਂ ਨੂੰ ਸਕੂਲ ਜਾਣ ਨੂੰ ਸਾਈਕਲ ਮਿਲਦੇ ਸੀ ਐਜੂਕੇਸ਼ਨ ਦੇ ਲਈ, ਇਹ ਨਹੀਂ ਬੰਦ ਕਰਤੇ। ਪੋਸਟ ਮੈਟਰ ਸਕਾਲਰਸ਼ਿਪ 3 ਲੱਖ ਬੱਚੇ ਨੂੰ ਐਡਮਿਸ਼ਨ ਨਹੀਂ ਮਿਲੀ, ਉਹ ਨਹੀਂ ਬੰਦ ਕਰ ਦਿੱਤੀ। ਡਿਵੈਲਪਮੈਂਟ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੰਗਤ ਦਰਸ਼ਨ ਕਰਦੇ ਹੁੰਦੇ ਸੀ ਬੋੜਾਂ ਥੱਲੇ ਬਹਿ ਕੇ, ਇਹ ਨਹੀਂ ਬੰਦ, ਇਹਨਾਂ ਦੇ ਮੁੱਖ ਮੰਤਰੀ ਨਹੀਂ ਮਿਲਿਆ ਕਦੀ। ਅਕਾਲੀ ਦਲ ਨੂੰ ਬਦਨਾਮ ਕੀਤਾ ਗਿਆ ਸੋਸ਼ਲ ਮੀਡੀਆ ਰਾਹੀਂ, ਫੇਕ ਆਈਡੀਆਂ ਬਣਾ ਕੇ, ਉਹਦੇ ਵਿੱਚ ਜਿਹੜੀਆਂ ਸੀਗੀਆਂ ਗੁਰਮੁਖੀ ਖਿਆਲਾਂ ਵਾਲੀਆਂ ਆਈਡੀਆਂ ਬਣਾ ਕੇ, ਇਲੀਗਲ ਆਈਡੀਆਂ ਬਣਾਈਆਂ ਦਿੱਲੀ ਦੇ ਕੇਜਰੀਵਾਲ ਨੇ। ਨਾਮ ਕੀ ਰੱਖਿਆ? ਸੰਤ ਭਿੰਡਰਾਂ ਵਾਲੇ ਦੇ ਫੈਨ, ਰਣਜੀਤ ਸਿੰਘ ਖਾਲਸਾ ਜੀ, ਗੁਰਬਖਸ਼ ਸਿੰਘ ਖਾਲਸਾ ਜੀ, ਸੰਤ ਜਿਹੜਾ ਫਲਾਣੇ ਸੰਤਾਂ ਦਾ ਨਾਂ ਲੈ ਕੇ ਉੱਦਾਂ ਦੀਆਂ ਆਈਡੀਆਂ ਇਲੀਗਲ ਬਣਾਈਆਂ। ਆਈਡੀਆਂ ਬਣਾ ਕੇ ਜਦੋਂ ਅਕਾਲੀ ਦਲ ਦੇ ਆਗੂ ਸਾਹਿਬਾਨ ਕੁਛ ਬੋਲਦੇ ਸੀ, ਥੱਲੇ ਉਹਦੇ ਗਲਤ ਕਮੈਂਟ ਕਰਦੇ ਸੀ ਅਤੇ ਥੱਲੇ ਲੋਕਾਂ ਦੇ ਵਿੱਚ ਇਹ ਭਰਮ ਭੁਲੇਖੇ ਪਾਉਂਦੇ ਸੀ ਵੀ ਜਿਹੜੇ ਬੁੱਧੀਜੀਵੀ ਲੋਕ ਨੇ ਜਾਂ ਸਾਰੇ ਉਹ ਅਕਾਲੀ ਦਲ ਦੇ ਅਗੇਂਸਟ ਨੇ। ਉਹ ਦੌਰ ਗੁਜ਼ਰ ਗਿਆ, ਲੋਕਾਂ ਨੂੰ ਪਤਾ ਲੱਗ ਗਿਆ ਵੀ ਝੂਠੀਆਂ ਸੌਹਾਂ ਖਾਣ ਵਾਲੇ ਕੌਣ ਆ, ਡਿਵੈਲਪਮੈਂਟ ਵਾਲੇ ਕਰਨ ਵਾਲੇ ਕਰਾਉਣ ਆ, ਕਿਸਾਨੀ ਦੇ ਮਸਲੇ ਹੱਲ ਕਰਾਉਣ ਵਾਲੇ ਕੌਣ ਆ, ਪੰਜਾਬ ਦੇ ਲਈ ਖੜਨ ਵਾਲੇ ਕੌਣ ਆ। ਅਤੇ ਲੋਕ ਬੜੇ ਵਧੀਆ ਤਰੀਕੇ ਨਾਲ ਬੜਾ ਵੱਡਾ ਮੈਂਡੇਟ ਦੇ ਕੇ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਾਉਣਗੇ। ਕਾਂਗਰਸ ਕਿਤੇ ਨਜ਼ਰ ਨਹੀਂ ਆਉਣੀ, ਕਾਂਗਰਸ ਕਿਤੇ ਨਜ਼ਰ ਨਹੀਂ ਆਊਗੀ। ਅੱਜ ਚੋਣ ਜਾਬਤਾ ਲੱਗਣ ਦੀ ਦੇਰ ਹੈ, ਲੋਕ ਤਾਂ ਸਿਰਫ ਇਹ ਉਡੀਕਦੇ ਆ ਬਈ ਇਹ ਚੋਣ ਜਾਬਤਾ ਕਦੋਂ ਲੱਗੇ ਅਤੇ ਇਲੈਕਸ਼ਨ ਕਦੋਂ ਹੋਵੇ ਅਤੇ ਅਸੀਂ ਕਦੋਂ ਜਿਹੜੀ ਗੱਠਜੋੜ ਦੀ ਸਰਕਾਰ ਬਣਾਈਏ। ਮੇਰਾ ਸਵਾਲ ਸੀਗਾ ਹਲਕਾ ਫਲੋਰ ਦੇ, ਜਿੱਦਾਂ ਮੈਂ ਤੁਹਾਨੂੰ 2-4 ਮੁੱਦੇ ਜਿਹੜੇ ਗਿਣਾਏ ਹੈਗੇ, ਮੇਰਾ ਸਵਾਲ ਸੀਗਾ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਲੋਕੀ ਤੁਹਾਡੇ 'ਤੇ ਵਿਸ਼ਵਾਸ ਕਰਦੇ ਆ, ਤੁਹਾਨੂੰ ਜਿਤਾਉਂਦੇ ਹੈਗੇ ਆ। ਜਿਹੜੇ ਹਲਕਾ ਫਲੋਰ ਦੀਆਂ ਜਿਹੜੀਆਂ ਸਮੱਸਿਆਵਾਂ ਗਿਣੀਆਂ ਹੈਗੀਆਂ, ਰੁੜਕੇ ਦਾ ITI ਹੋ ਗਿਆ, ਗੁਰਿਆਂ ਦਾ ਬੱਸ ਸਟੈਂਡ ਹੋ ਗਿਆ, ਫਲੋਰ ਦਾ ਬੱਸ ਸਟੈਂਡ ਹੋ ਗਿਆ, ਗੁਰਿਆਂ ਦਾ ਸਿਵਲ ਹਸਪਤਾਲ ਹੋ ਗਿਆ, ਜਾਂ ਜਿਹੜਾ ਰੇਲਵੇ ਕਰੋਸਿੰਗ ਦਾ ਵੀ ਜਿਹੜਾ ਗੁਰਿਆਂ ਦੇ ਵਿੱਚ ਹੈਗਾ, ਬਹੁਤ ਲੰਬੀ ਜਿਹੜੀ ਮੰਗ ਹੈ 40-45 ਸਾਲਾਂ ਚੱਲੀ ਆ ਰਹੀ ਆ, ਇਹਨਾਂ 'ਤੇ ਤੁਹਾਡਾ ਕੀ ਸਟੈਂਡ ਹੋਊਗਾ? ਫਗਵਾੜਾ ਦਾ ਫਲਾਈਓਵਰ ਬਣਿਆ ਜੀ, ਫਗਵਾੜਾ ਦੇ ਲੋਕਾਂ ਨੇ ਵਿਰੋਧ ਕੀਤਾ, ਉੱਥੇ ਦੇ ਮੈਂਬਰ ਪਾਰਲੀਮੈਂਟ ਨੇ ਵਿਰੋਧ ਕੀਤਾ, ਉਹ ਪਿਲਰਾਂ ਦੇ ਉੱਤੇ ਬਣਿਆ, ਰੁਕ ਗਿਆ।
ਕਿ ਸਾਡਾ ਮੈਂਬਰ ਪਾਰਲੀਮੈਂਟ ਨਹੀਂ ਪਾਰਲੀਮੈਂਟ ਜਾ ਕੇ ਬੋਲ ਸਕਦਾ ਸੀ ਜੀ ਕਿ ਇਹਨੇ ਗਰਾਇਆਂ ਤੇ ਫਲੋਰ ਦਾ ਜਦੋਂ ਫਲਾਈਓਵਰ ਬਣਿਆ ਕਿ ਇਹ ਨਹੀਂ ਸੀ ਉੱਥੇ ਜਾ ਕੇ ਗੱਲ ਕਰ ਸਕਦੇ ਵੀ ਨਹੀਂ ਬਣਨੇ ਚਾਹੀਦੇ ਜੇ ਫਗਵਾੜਾ ਬਣ ਸਕਦਾ ਇਹ ਕਿਉਂ ਨਹੀਂ ਸੀ ਬਣ ਸਕਦੇ 7 ਸਾਲ ਹੋ ਗਏ ਜਿੱਤ ਕੇ ਗਿਆ ਨੂੰ ਇਹਨਾਂ ਨੇ ਕਿਉਂ ਨਹੀਂ ਇਹ ਕੰਮ ਕੀਤਾ ਮੇਰੀ ਤਾਂ ਫਸਟ ਪ੍ਰੈਫਰੈਂਸ ਹੋਊਗੀ ਵੀ ਜਿਹੜੇ ਦੋਵੇਂ ਹੀ ਫਲੋਰ ਤੇ ਗਰਾਇਆਂ ਦੇ ਬੱਸ ਸਟੈਂਡ ਹੈ ਉਹ ਅਸੀਂ ਬਣਵਾਈਏ ਜਿਹੜੇ ਦੋ ਹੀ ਗਰਾਇਆਂ ਫਲੋਰ ਦੇ ਜਿਹੜੇ ਆਪਣੀ ਕ੍ਰੋਸਿੰਗ ਹੈ ਜਿਹੜੇ ਸ਼ਹਿਰ ਵੰਡ ਹੋ ਗਏ ਉਹ ਦੋਵੇਂ ਹੀ ਸ਼ਹਿਰਾਂ ਨੂੰ ਕਿਸੇ ਤਰ੍ਹਾਂ ਜੋੜੀਏ ਤਾਂ ਕਿ ਇੱਧਰੋਂ ਉੱਧਰ ਔਰ ਉੱਧਰੋਂ ਇੱਧਰ ਆਇਆ ਜਾ ਸਕੇ ਉਹ ਤੋਂ ਬਾਅਦ ਮੇਰੀ ਜਿਹੜੀ ਜੋ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਅਨਾਉਂਸ ਕਰਕੇ ਗਏ ਆ ਬਈ 5-5 7-7 ਪਿੰਡਾਂ ਨੂੰ ਜਾਂ 10 ਪਿੰਡਾਂ ਨੂੰ ਜੋੜ ਕੇ ਇੱਕ ਅੱਛਾ ਜਿਹੜਾ ਆ ਉਹ ਸਕੂਲ ਬਣੇ ਪਰ ਮੇਰੀ ਇਹ ਕੋਸ਼ਿਸ਼ ਹੋਊਗੀ ਬਈ ਅਸੀਂ ਫਲੋਰ ਦੇ ਵਿੱਚ ਘੱਟੋ ਘੱਟ ਇੱਕ ਇੱਦਾਂ ਦਾ ਸਕੂਲ ਇੱਕ ਇੱਦਾਂ ਦਾ ਹੌਸਪੀਟਲ ਜ਼ਰੂਰ ਲੈ ਕੇ ਆਈਏ ਜਿਹਦੇ ਵਿੱਚ ਹਰ ਸਹੂਲਤ ਹੋਵੇ ਹਰ ਤਰ੍ਹਾਂ ਦੇ ਡਾਕਟਰ ਹੋਣ ਹਰ ਤਰ੍ਹਾਂ ਦਾ ਜਿਹੜਾ ਉਹਦੇ ਵਿੱਚ ਸਟਾਫ ਹੋਵੇ ਕਿਸੇ ਨੂੰ ਵੀ ਜਿਹੜਾ ਹੈਗਾ ਇਲਾਜ ਦੁੱਖੋਂ ਨਾ ਜਿਹੜਾ ਕਿਤੇ ਜਾਣਾ ਪਵੇ ਅਤੇ ਐਜੂਕੇਸ਼ਨ ਦੇ ਪੱਖ ਤੋਂ ਵੀ ਇੱਦਾਂ ਦਾ ਅਸੀਂ ਜਿਹੜਾ ਹੈਗਾ ਇੱਕ ਸਕੂਲ ਇੱਦਾਂ ਦਾ ਹਲਕੇ 'ਚ ਹੋਵੇ ਵੀ ਜਿਹਦੇ ਵਿੱਚ ਸਾਰੀਆਂ ਫੈਸਿਲਿਟੀਜ਼ ਜਿਹੜੀਆਂ ਆ ਉਹਦੇ ਵਿੱਚ ਸਾਰੀਆਂ ਅਵੇਲੇਬਲ ਹੋਣ ਇਹ ਮੇਰੀ ਫਸਟ ਪ੍ਰੈਫਰੈਂਸ ਹੋਊਗੀ ਪਰ ਇੰਨਾ ਵੀ ਸਰਕਾਰ ਨਹੀਂ ਬਣੀ ਨਹੀਂ ਤਾਂ ਹੁਣ ਸਾਨੂੰ ਕਿਸੇ ਕੋਲ ਵੋਟ ਮੰਗਣ ਜਾਣ ਦੀ ਲੋੜ ਨਹੀਂ ਸੀ ਪੈਣੀ ਕਾਫੀ ਕੁਛ ਅਸੀਂ ਉਹ ਕਰ ਜਾਣਾ ਸੀ ਸਹਿਯੋਗ ਕਰੋ ਸਾਰੇ ਹੀ ਰਲ ਮਿਲ ਕੇ ਸਾਡਾ ਉਹ ਅਸੀਂ ਜਿਹੜੇ ਕੰਮ ਅਧੂਰੇ ਉਹਨਾਂ ਨੂੰ ਪੂਰੇ ਕਰਾਂਗੇ ਅਤੇ ਉਹ ਸਾਰਿਆਂ ਦੇ ਸਹਿਯੋਗ ਦੇ ਨਾਲ ਵਧੀਆ ਪ੍ਰਸ਼ਾਸਨ ਦੇਣ ਦੀ ਜਿਹੜੀ ਹੈਗੀ ਉਹ ਕੋਸ਼ਿਸ਼ ਕਰਾਂਗੇ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਆਪਣਾ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਆਖਰੀ ਸੰਦੇਸ਼ ਹਲਕਾ ਫਲੋਰ ਦੇ ਵੋਟਰਾਂ ਨੂੰ ਕੀ ਦੇਣਾ ਚਾਹੋਗੇ ਆਖਰੀ ਸੰਦੇਸ਼ ਹਲਕਾ ਫਲੋਰ ਦੇ ਲੋਕਾਂ ਨੂੰ ਵੋਟਰ ਸਪੋਰਟਰਾਂ ਨੂੰ ਪਰਿਵਾਰਿਕ ਮੈਂਬਰਾਂ ਨੂੰ ਦੋਵੇਂ ਹੀ ਪਾਰਟੀਆਂ ਦੇ ਵੀ ਅਤੇ ਬਾਕੀ ਵਸਿੰਦਿਆਂ ਨੂੰ ਇਹੀ ਦੇਣਾ ਚਾਹੂੰਗਾ ਵੀ ਇਲੈਕਸ਼ਨ ਆਉਣੀ ਹੈ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਦੇ ਸੰਵਿਧਾਨ ਦੇ ਅਨੁਸਾਰ ਫਿਰ ਦੁਬਾਰਾ ਸਾਰਿਆਂ ਨੇ ਵੋਟ ਦਾ ਇਸਤੇਮਾਲ ਕਰਨਾ ਹੈ ਔਰ ਜੇਕਰ ਤਾਂ ਕੈਪਟਨ ਅਮਰਿੰਦਰ ਸਿੰਘ ਔਰ ਕਾਂਗਰਸ ਦੀ ਪੂਰੀ ਸਰਕਾਰ ਜਿਹੜੀ ਰਹੀ ਆ ਉਹਨੇ 2500 ਪੈਨਸ਼ਨ ਕਰਤੀ 51,000 ਸ਼ਗਨ ਸਕੀਮ ਕਰਤੇ ਨਸ਼ਾ 4 ਹਫ਼ਤੇ 'ਚ ਖਤਮ ਕਰਤਾ ਉਦੋਂ ਬਾਅਦ ਜਿਹੜਾ ਪੂਰਨ ਕਰਜ਼ਾ ਮਾਫੀ ਕਰ ਦਿੱਤੀ ਅਤੇ ਜਿਹੜਾ ਘਰ ਘਰ ਨੌਕਰੀ ਦੇ ਦਿੱਤੀ ਲਾਅ ਐਂਡ ਆਰਡਰ ਨੂੰ ਜਿਹੜਾ ਉਹਨਾਂ ਨੇ ਬਹਾਲ ਕਰ ਦਿੱਤਾ ਤਾਂ ਫਿਰ ਤਾਂ ਵੋਟ ਦੇ ਹੱਕਦਾਰ ਇਹ ਆ ਜੇ ਇਹਨਾਂ ਨੇ ਝੂਠ ਬੋਲਿਆ ਲਾਰੇ ਲਾਏ ਆ ਅਤੇ ਜਿਹੜੇ ਪਹਿਲੇ ਕੰਮ ਚੱਲਦੇ ਸੀ ਉਹ ਵੀ ਕੰਮਾਂ ਦੇ ਵਿੱਚ ਖਰੋਤ ਪਾਈ ਆ ਤਾਂ ਫਿਰ ਇਹਨੂੰ ਬਦਲਣ ਦੀ ਲੋੜ ਹੈ ਇਹਨਾਂ ਨੂੰ ਬਦਲੋ ਔਰ ਦੁਬਾਰਾ ਉਹੀ ਸਰਕਾਰ ਲੈ ਕੇ ਆਓ ਜਿਹੜੀ ਹਰ ਖਿੱਤੇ ਦੇ ਵਿੱਚ ਜਿਹੜਾ ਪੁਲਾਂਘਾਂ ਪੱਟਦੀ ਸੀ ਅਤੇ ਪੰਜਾਬ ਨੂੰ ਅੱਗੇ ਲੈ ਕੇ ਜਾਂਦੀ ਸੀ ਸੋ ਇਸੇ ਹੀ ਬੇਨਤੀ ਦੇ ਨਾਲ ਮੈਂ ਰਜਾ ਲੈਣਾ ਕਿ ਤਕੜੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਗੱਠਜੋੜ ਦੀ ਸਰਕਾਰ ਬਣਾਈਏ ਤਾਂ ਕਿ ਆਪਾਂ ਆਪਣੀ ਜਿਹੜੀ ਵਿਗੜੀ ਉਹਨੂੰ ਬਣਾ ਸਕੀਏ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਸਨ ਸਾਡੇ ਨਾਲ ਹਲਕਾ ਵਿਧਾਇਕ ਬਲਦੇਵ ਸਿੰਘ ਖਹਿਰਾ ਜੀ ਜਿਨ੍ਹਾਂ ਨੇ ਅੱਜ ਸਾਡੇ ਸਵਾਲਾਂ ਦੇ ਜਵਾਬ ਦਿੱਤੇ ਆ ਔਰ ਉਹਨਾਂ ਨੇ ਦੱਸਿਆ ਕਿ ਹਲਕਾ ਫਲੋਰ ਦੇ ਵਿੱਚ ਜਿਹੜਾ BSP ਔਰ ਸ਼੍ਰੋਮਣੀ ਅਕਾਲੀ ਦਲ ਆ ਉਹਨੂੰ ਹਲਕੇ ਵਿੱਚ ਬਹੁਤ ਭਰਪੂਰ ਜਿਹੜਾ ਹੁੰਗਾਰਾ ਲੋਕਾਂ ਵੱਲੋਂ ਦਿੱਤਾ ਜਾ ਰਿਹਾ ਅਤੇ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਉਹ ਵੱਡੇ ਮਾਰਜਨ ਦੇ ਨਾਲ ਜਿੱਥੇ ਹਲਕਾ ਫਲੋਰ ਦੀ ਸੀਟ 'ਤੇ ਜਿੱਤ ਦਰਜ ਕਰਨਗੇ ਉੱਥੇ ਉਹਨਾਂ ਨਾਲ ਇਹ ਵੀ ਦਾਅਵਾ ਕੀਤਾ ਕਿ ਜਿਹੜੀ ਆਉਣ ਵਾਲੀ ਜਿਹੜੀ 2022 ਦੀ ਇਲੈਕਸ਼ਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਆ ਜਿੱਤ ਹਾਸਲ ਕਰਕੇ ਜਿਹੜੀ ਆਪਣੀ ਸਰਕਾਰ ਜਿਹੜੀ ਆ ਉਹ ਬਣਾਉਣ ਜਾਊਗੀ ਸੋ ਇਹ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਾ ਸਾਡੇ ਨਾਲ ਲਗਾਤਾਰ ਤੇ ਰਾਬਤਾ ਕਰਦੇ ਰਹੋ ਅਤੇ ਆਸ ਕਰਾਂਗੇ ਕਿ ਜਿਵੇਂ ਸਾਡੇ ਪੁਰਾਣੇ ਜਿਹੜੇ ਪ੍ਰੋਗਰਾਮ ਹੈਗੇ ਜਾਂ ਪਿਛਲੇ ਪ੍ਰੋਗਰਾਮਾਂ ਨੂੰ ਤੁਸੀਂ ਪਿਆਰ ਸਤਿਕਾਰ ਦਿੰਦੇ ਹੋ ਇਹ ਪ੍ਰੋਗਰਾਮ ਵੀ ਤੁਹਾਡੀਆਂ ਆਸਾਂ ਉਮੀਦਾਂ 'ਤੇ ਖਰਾ ਉਤਰੂਗਾ ਅਤੇ ਸਾਡੀ ਕੋਸ਼ਿਸ਼ ਰਹੂਗੀ ਕਿ ਹੋਰ ਜਿਹੜੇ ਉਮੀਦਵਾਰ ਵੱਖ-ਵੱਖ ਪਾਰਟੀਆਂ ਨੇ ਉਹਨਾਂ ਤੱਕ ਵੀ ਪਹੁੰਚ ਕਰਕੇ ਉਹਨਾਂ ਵੀ ਤੁਹਾਡੇ ਰੂਬਰੂ ਕਰਾਈਏ ਅਤੇ ਕਿਹੜੇ ਮੁੱਦੇ 'ਤੇ ਕਿਹੜੇ ਜਿਹੜੇ ਸਵਾਲ ਜਾਂ ਕਿਹੜੇ ਕੰਮ ਨੇ ਜਿਹਨਾਂ ਨੂੰ ਲੈ ਕੇ ਉਹ ਲੋਕਾਂ ਦੀ ਕਚਹਿਰੀ ਵਿੱਚ ਪੇਸ਼ ਹੋਣ ਜਾ ਰਹੇ ਨੇ ਲਗਾਤਾਰ ਸਾਡੇ ਜਿਹੜਾ ਚੈਨਲ ਹੈ ਇਹਦੇ ਨਾਲ ਤੁਸੀਂ ਜੁੜੇ ਰਹੋ ਅਤੇ ਇਹ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ